ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਵਿਸਾਖੀ ਦਾ ਪਵਿੱਤਰ ਦਿਹਾੜਾ ਹੈ। ਇਸ ਲਈ ਵਿਸਾਖ ਮਹੀਨਾ ਚੜ੍ਹਿਆ, ਉਹਦੀ ਕਥਾ ਹੋਣੀ ਹੈ ਅਤੇ ਦਸਮ ਪਾਤਸ਼ਾਹ ਨੇ 5 ਪਿਆਰੇ ਸਾਜੇ, ਉਹਨਾਂ ਦਾ ਵਰਣਨ ਹੋਣਾ। ਸੋ ਆਪਣੀ ਪੋਥੀਆਂ ਦਾ 133 ਅੰਗ ਕੱਢੋ। 133 ਅੰਗ। ਇੱਕ 133 ਅੰਗ ਤੇ ਹੇਠੋਂ ਚੌਥੀ ਪੰਕਤੀ ਹੈ। ਇੱਕ 133 ਅੰਗ ਤੇ ਹੇਠੋਂ ਚੌਥੀ ਪੰਕਤੀ ਹੈ, ਨੰਬਰ 2 ਤੋਂ ਬਾਅਦ। ਵੈਸਾਖ ਧੀਰਨ ਕਿਉਂ ਵਾਂਢੀਆਂ, ਜਿਨ੍ਹਾਂ ਪ੍ਰੇਮ ਵਿਛੋ। ਧਿਆਨ ਦੇਣਾ, ਇਹ ਵਿਛੋਹ ਕਿਉਂ ਨਹੀਂ ਪੜ੍ਹਨਾ ਤੂੰ? ਹਾਹੇ ਤੋਂ ਜੇ ਪਹਿਲੇ ਅੱਖਰ ਨੂੰ ਹੋੜਾ ਲੱਗਾ ਹੋਵੇ ਤਾਂ ਫਿਰ ਹਾਹੇ ਨੂੰ ਲੱਗਿਆ ਹੋਇਆ ਔਂਕੜ ਅਤੇ ਸਿਆਰੀ ਨਹੀਂ ਬੋਲਦੇ, ਇਸ ਲਈ ਹਾਹੇ ਨੂੰ ਔਂਕੜ ਇੱਥੇ ਨਹੀਂ ਬੋਲੇਗਾ। ਤਾਂ ਉਚਾਰਨ ਹੋ ਗਿਆ ਵਿਛੋ। ਵੈਸਾਖ ਧੀਰਨ ਕਿਉਂ ਵਾਂਢੀਆਂ, ਜਿਨ੍ਹਾਂ ਪ੍ਰੇਮ ਵਿਛੋ। ਹਰ ਸਾਜਨ ਪੁਰਖ ਵਿਸਾਰ ਕੇ, ਲੱਗੀ ਮਾਇਆ ਧੋ। ਪੁੱਤਰ ਕਲੱਤਰ ਨਾ ਸੰਗ ਧਨ, ਹਰ ਅਵਿਨਾਸ਼ੀ ਓ। ਪਲਚ ਪਲਚ ਸਗਲੀ ਮੋਈ, ਝੂਠੇ ਧੰਦੇ ਮੋਹ। ਇਕਸ ਹਰ ਕੇ ਨਾਮ ਬਿਨ, ਅੱਗੇ ਲਈਏ ਖੋ। ਦਈ, ਧਿਆਨ ਦੇਣਾ, ਇਹਦੇ 3 ਸਰੂਪ ਨੇ ਗੁਰਬਾਣੀ 'ਚ। ਇੱਕ ਹੈ ਦੱਦਾ ਯਈਆ ਦਈ, ਇੱਕ ਹੈ ਦੱਦਾ ਯਈਏ ਨੂੰ ਸਿਹਾਰੀ ਦਈ, ਇੱਕ ਹੈ ਦੱਦਾ ਯਈਏ ਨੂੰ ਔਂਕੜ ਦਈ। ਤਿੰਨਾਂ ਦਾ ਉਚਾਰਨ ਦਈ ਹੈ। ਜਿਵੇਂ ਨਾਨਕ ਨਾਨਕ ਨਾਨਕ, ਨਾਨਕ ਦੇ ਵੀ 3 ਸਰੂਪ ਨੇ। ਨੰਨੇ ਨੂੰ ਕੰਨਾ ਨੰਨਾ ਕ ਨਾਨਕ, ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਸਿਹਾਰੀ ਨਾਨਕ, ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ ਨਾਨਕ। ਉਚਾਰਨ ਤਿੰਨਾਂ ਦਾ ਇੱਕੋ ਹੈ, ਪਰ ਅਰਥ ਤਿੰਨਾਂ ਦੇ ਅੱਡ ਅੱਡ ਨੇ। ਜਿਵੇਂ ਨਾਨਕ, ਨੰਨੇ ਨੂੰ ਕੰਨਾ ਨੰਨਾ ਕੱਕਾ, ਨਾਨਕ ਦਾ ਮਤਲਬ ਹੈ ਨਾਨਕ। ਦੂਜਾ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਸਿਹਾਰੀ ਨਾਨਕ, ਨਾਨਕ ਨੇ। ਤੀਜਾ ਨੰਨੇ ਨੂੰ ਕੰਨਾ ਨੰਨਾ ਕੱਕੇ ਨੂੰ ਔਂਕੜ, ਉਹ ਹੈ ਨਾਨਕ। ਇਸੇ ਤਰ੍ਹਾਂ ਇਹ ਦਈ ਹੈਗਾ ਸੰਸਕ੍ਰਿਤ ਦਾ ਸ਼ਬਦ, ਇਹ ਹਿੰਦੀ ਪੰਜਾਬੀ ਦਾ ਨਹੀਂ। ਜਿਵੇਂ ਬਹੁਤੇ ਲੋਕ ਇਸ ਨੂੰ ਦਈਓ ਪੜ੍ਹਦੇ ਨੇ। ਯਈਏ ਨੂੰ ਔਂਕੜ ਤਾਂ ਵੈਸੇ ਹੀ ਨਹੀਂ ਬੋਲਦਾ। ਯਈਏ ਨੂੰ ਔਂਕੜ ਤਾਂ ਵੈਸੇ ਹੀ ਗੁਰਬਾਣੀ ਅਨੁਸਾਰ ਨਹੀਂ ਬੋਲਦਾ, ਇਸ ਲਈ ਇੱਥੇ ਔਂਕੜ ਨਹੀਂ ਬੋਲੇਗਾ। ਇਹ ਉਚਾਰਨ ਹੈ ਦਈ। ਜਿਹੜਾ ਤਾਂ ਦੱਦਾ ਯਈਆ ਦਈ ਹੁੰਦਾ, ਉਹ ਹੁੰਦਾ ਹੇ ਰੱਬਾ। ਜਿਹੜਾ ਦੱਦਾ ਯਈਏ ਨੂੰ ਔਂਕੜ ਦਈ ਹੁੰਦਾ, ਉਹ ਹੁੰਦਾ ਰੱਬ। ਜਿਹੜਾ ਦੱਦਾ ਯਈਏ ਨੂੰ ਸਿਹਾਰੀ ਦਈ ਹੁੰਦਾ, ਰੱਬ ਨੇ। ਉਚਾਰਨ ਤਿੰਨਾਂ ਦਾ ਦਈ ਹੈ, ਅਰਥ ਅੱਡ ਅੱਡ। ਜਿਹੜਾ ਔਂਕੜ ਤੋਂ ਬਿਨਾਂ ਦਈ ਹੈ, ਉਹਦਾ ਮਤਲਬ ਹੇ ਰੱਬਾ, ਬੁਲਾਉਣ ਲਈ। ਜਿਵੇਂ ਆਪਾਂ ਕਹਿੰਦੇ ਹਾਂ ਹੇ ਸਤਿਗੁਰਾ, ਹੇ ਰੱਬਾ। ਜਿਹੜਾ ਦੱਦਾ ਯਈਏ ਨੂੰ ਔਂਕੜ ਦਈ ਹੈ, ਇਹ ਨਾਊਨ ਹੈ ਰੱਬ। ਜਿਹੜਾ ਦੱਦਾ ਯਈਏ ਨੂੰ ਸਿਹਾਰੀ ਹੈ, ਉਹ ਦਈ ਰੱਬ ਨੇ। ਬਸ ਅਰਥਾਂ 'ਚ ਫਰਕ ਹੈ, ਤਿੰਨਾਂ ਦਾ ਉਚਾਰਨ ਇੱਕੋ ਹੀ ਹੈ। ਇਸ ਲਈ ਇਸ ਨੂੰ ਪੜ੍ਹਨਾ ਹੈ ਦਈ। ਦਈ ਵਿਸਾਰ ਵਿਗੁਚਨਾ, ਪ੍ਰਭ ਬਿਨ ਅਵਰ ਨ ਕੋਏ। ਪ੍ਰੀਤਮ ਚਰਨੀ ਜੋ ਲੱਗੇ, ਤਿਨ ਕੀ ਨਿਰਮਲ ਸੋਏ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਵੈਸਾਖ ਸੁਹਾਵਾ ਤਾਂ ਲੱਗੈ, ਜਾਂ ਸੰਤ ਭੇਟੈ ਹਰ ਸੋਏ। ਗੁਰੂ ਅਰਜਨ ਦੇਵ ਜੀ ਮਹਾਰਾਜ ਪੰਚਮ ਪਾਤਸ਼ਾਹ, ਕਿਉਂਕਿ 2 ਗੁਰੂਆਂ ਨੇ 12 ਮਹਾ ਲਿਖਿਆ।
ਗੁਰੂ ਨਾਨਕ ਦੇਵ ਜੀ ਨੇ ਵੀ ਅਤੇ ਪੰਚਮ ਪਾਤਸ਼ਾਹ ਨੇ ਵੀ। ਪੰਚਮ ਪਾਤਸ਼ਾਹ ਦਾ 12 ਮਹਾ ਸੁੱਖ ਹੈ, ਇਸ ਲਈ ਜਿਹੜਾ ਹੈ ਸੰਗਰਾਂਦ ਵਾਲੇ ਦਿਨ ਇਹ 12 ਮਹਾ ਪੜ੍ਹਿਆ ਜਾਂਦਾ, ਗੁਰੂ ਨਾਨਕ ਵਾਲਾ ਨਹੀਂ ਪੜ੍ਹਦੇ। ਵੈਸਾਖ ਪੁਰਾਣੇ ਜ਼ਮਾਨੇ ਦੇ ਵਿੱਚ ਅੱਖਰਾਂ ਰਾਹੀਂ, ਜਿਵੇਂ ਊੜਾ ਆੜਾ ਈੜੀ ਸੱਸਾ, ਇਸ ਤਰ੍ਹਾਂ ਮਹੀਨਿਆਂ ਰਾਹੀਂ ਚੇਤ ਵਿਸਾਖ ਜੇਠ ਹਾੜ, ਦਿਨਾਂ ਰਾਹੀਂ ਐਤਵਾਰ ਸੋਮਵਾਰ ਮੰਗਲਵਾਰ, ਥਿੱਤਾਂ ਰਾਹੀਂ ਪਹਿਲੀ ਦੂਜੀ ਤੀਜੀ ਥਿੱਤ, ਇਸ ਤਰ੍ਹਾਂ ਲਿਖਣ ਦਾ ਰਿਵਾਜ਼ ਸੀ। ਪਰ ਜਿਹੜਾ ਵੈਸਾਖ ਮਹੀਨੇ ਦੇ ਵਿੱਚ ਵਰਣਨ ਕੀਤਾ ਇਕੱਲੇ ਵਿਸਾਖ ਮਹੀਨੇ ਲਈ ਨਹੀਂ, ਇਹ ਹਮੇਸ਼ਾ ਲਈ ਹੈ। ਸਿਰਫ ਉਹਦਾ ਰਿਵਾਜ਼ ਸੀ ਮਹੀਨੇ ਦੇ ਅਨੁਸਾਰ ਲਿਖ ਕੇ, ਤੇ ਸਮਝੋ ਵੀ ਵਿਸਾਖ ਮਹੀਨੇ ਲਈ ਸਿਰਫ ਇਹ ਹਮੇਸ਼ਾ ਲਈ ਹੈ। ਵੈਸਾਖ ਧੀਰਨ ਕਿਉਂ ਵਾਂਢੀਆਂ, ਪਾਕਿਸਤਾਨੀ ਸ਼ਬਦ ਹੈ। ਉੱਥੇ ਕਿਸੇ ਨੇ ਪੁੱਛਣਾ ਜੀ ਫਲਾਣਾ ਸਿੰਘ ਕਿੱਥੇ ਹੈ, ਉਹ ਜੀ ਵਾਂਢੇ ਗਿਆ। ਵਾਂਢੇ ਗਿਆ ਜਿਹਨੂੰ ਇੰਗਲਿਸ਼ ਕਹਿੰਦੇ ਆਊਟ ਆਫ ਸਟੇਸ਼ਨ। ਜਿਵੇਂ ਇੱਕ MLA ਸੀ ਵਿਚਾਰਾ, 1-2 ਜਮਾਤਾਂ ਪੜ੍ਹਿਆ ਹੋਇਆ ਸੀ, ਉਹ MLA ਬਣ ਗਿਆ। ਉਹਨੂੰ DC ਨਾਲ ਕੰਮ ਸੀ, ਉਹ DC ਦਫ਼ਤਰ ਗਿਆ, ਅੱਗੋਂ ਕਲਰਕ ਕਹਿੰਦੇ DC ਸਾਹਿਬ ਤਾਂ ਆਊਟ ਆਫ ਸਟੇਸ਼ਨ ਨੇ। ਉਹਨੇ ਸਮਝਿਆ ਸਟੇਸ਼ਨ 'ਤੇ ਬੈਠੇ, ਕਹ ਚੱਲ ਮੈਂ ਉੱਥੇ ਹੀ ਮਿਲ ਲੈਣਾ। ਉੱਥੇ DC ਕੋਈ ਨਾ, ਬੈਠਾ ਰਿਹਾ MLA। ਇੱਕ ਕੋਈ ਹੋਰ ਜਾਣੂ ਆ ਗਿਆ, ਕਹੇ ਜੀ ਤੁਸੀਂ ਇੱਥੇ ਬੈਠੇ ਹੋ, ਕਹਿੰਦੇ ਮੈਂ DC ਸਾਹਿਬ ਨੂੰ ਮਿਲਣਾ। ਉਹ ਤਾਂ ਕਹਿੰਦੇ ਆਊਟ ਆਫ ਸਟੇਸ਼ਨ ਨੇ ਜੀ, ਕਹਿੰਦੇ ਤਾਂ ਹੀ ਮੈਂ ਸਟੇਸ਼ਨ 'ਤੇ ਬੈਠਾ। ਕਹਿੰਦੇ ਨਹੀਂ ਜੀ, ਆਊਟ ਆਫ ਸਟੇਸ਼ਨ ਦਾ ਮਤਲਬ ਸ਼ਹਿਰ ਤੋਂ ਬਾਹਰ ਗਏ ਹੋਏ ਨੇ। ਇਸ ਲਈ ਧੀਰਨ ਹੈ ਜੋ ਘਰ ਤੋਂ ਬਾਹਰ ਗਿਆ ਹੋਇਆ, ਨਾ ਸੌਰੀ ਵਾਂਢੀਆਂ, ਵਾਂਢੀਆਂ ਨੇ ਜਿਹੜੀਆਂ ਘਰ ਤੋਂ ਬਾਹਰ ਗਈਆਂ ਹੋਈਆਂ ਹਨ, ਘਰ ਤੋਂ ਨਿਕਲ ਗਈਆਂ ਨੇ। ਧੀਰਨ ਹੁੰਦਾ ਧੀਰਜ ਧਰਨਾ। ਵੈਸਾਖ ਧੀਰਨ ਕਿਉਂ ਵਾਂਢੀਆਂ, ਜਿਨ੍ਹਾਂ ਪ੍ਰੇਮ ਵਿਛੋ। ਜਿਹੜੀਆਂ ਜੀਵ ਇਸਤਰੀਆਂ ਆਪਣੇ ਪ੍ਰਭੂ ਪਤੀ ਦੇ ਘਰ ਵਿੱਚੋਂ ਬਾਹਰ ਚਲੀਆਂ ਗਈਆਂ ਨੇ, ਜਿਨ੍ਹਾਂ ਨੂੰ ਪਿਆਰ ਦਾ ਵਿਛੋੜਾ ਪੈ ਗਿਆ ਹੈ। ਦੇਖੋ ਸਾਡਾ ਘਰ ਕਿਹੜਾ ਹੈ, ਜੋ ਰੱਬ ਦਾ ਘਰ ਹੈ। ਅੱਜ ਜਿਸ ਘਰ 'ਚ ਅਸੀਂ ਰਹਿੰਦੇ ਹਾਂ, ਇਹ ਸਾਡਾ ਘਰ ਨਹੀਂ ਹੈ। ਜਿਵੇਂ ਲੜਕੀ ਜਦ ਥੋੜ੍ਹੀ ਜਵਾਨ ਹੁੰਦੀ ਹੈ, ਉਹਨੂੰ ਸਮਝਾਉਂਦੇ ਨੇ ਧੀਏ ਪੇਕਾ ਘਰ ਤੇਰਾ ਅਸਲੀ ਘਰ ਨਹੀਂ, ਸਹੁਰਾ ਘਰ ਤੇਰਾ ਅਸਲੀ ਘਰ ਹੈ। ਅਸਲੀ ਘਰ ਸਾਡਾ ਸਹੁਰਾ ਘਰ ਭਾਵ ਪਰਮਾਤਮਾ ਦਾ ਘਰ ਹੈ। ਜਿਨ੍ਹਾਂ ਨੇ ਆਪਣੇ ਪਤੀ ਦੇ ਘਰ ਨੂੰ ਛੱਡ ਦਿੱਤਾ ਹੈ, ਉਹਨਾਂ ਦਾ ਪਤੀ ਦੇ ਪ੍ਰੇਮ ਨਾਲ ਵਿਛੋੜਾ ਪੈ ਗਿਆ ਹੈ। ਵਿਛੋੜਾ ਪੈ ਗਿਆ। ਵਿਛੋੜੇ ਵਿੱਚ ਹਮੇਸ਼ਾ ਦੁੱਖ ਹੁੰਦਾ। ਜਿਹੜੀ ਔਰਤ ਪਤੀ ਨੂੰ ਛੱਡ ਕੇ ਚਲੀ ਜਾਵੇ, ਜਿੰਨਾ ਚਿਰ ਦੂਜਾ ਵਿਆਹ ਨਹੀਂ ਕਰਾਉਂਦੀ, ਉਹ ਦੁਖੀ ਹੀ ਰਹੇਗੀ। ਉਹ ਦੁਖੀ ਹੀ ਰਹੇਗੀ। ਕਿਉਂ? ਪਤੀ ਤੋਂ ਵਿਛੋੜਾ ਪੈ ਗਿਆ ਹੈ। ਇਹ ਮਨੁੱਖ ਜਿਹੜਾ ਹੈ ਪਰਮਾਤਮਾ ਰੂਪੀ ਪਤੀ ਨੂੰ ਛੱਡ ਦਿੰਦਾ ਹੈ। ਹੁਣ ਛੱਡ ਦਿੰਦਾ, ਉਹਦੇ ਘਰੋਂ ਸੱਚਖੰਡ 'ਚ ਚਲੇ ਜਾਂਦਾ ਹੈ। ਇਹ ਤਾਂ ਬਸ ਜਿਹੜਾ ਰੱਬ ਦਾ ਪ੍ਰੇਮ ਸੀ, ਉਹ ਪੈ ਗਿਆ ਵਿਛੋੜਾ। ਹੁਣ ਵਿਛੋੜਾ ਪੈ ਗਿਆ, ਧੀਰਨ ਕਿਉਂ ਵਾਂਢੀਆਂ। ਹੁਣ ਉਹਨਾਂ ਨੂੰ ਧੀਰਜ ਕਿਵੇਂ ਆਵੇ? ਵਿਛੋੜੇ ਵਿੱਚ ਹਮੇਸ਼ਾ ਹੀ ਦੁੱਖ ਹੁੰਦਾ। ਤੁਹਾਡਾ ਪੁੱਤਰ ਤੁਹਾਨੂੰ ਛੱਡ ਕੇ ਚਲਿਆ ਗਿਆ ਹੈ, ਨਾ ਉਹ ਸੁਖੀ ਅਤੇ ਨਾ ਤੁਸੀਂ ਸੁਖੀ। ਪਰ ਪਰਮਾਤਮਾ ਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਤਾਂ ਮੋਹ ਵਿੱਚ ਹਾਂ ਤਾਂ ਦੁਖੀ ਹਾਂ, ਪਰਮਾਤਮਾ ਨਹੀਂ ਦੁਖੀ ਹੁੰਦਾ। ਉਹਨੂੰ ਜਿਹੜਾ ਛੱਡ ਕੇ ਜਾਂਦਾ ਉਹ ਦੁਖੀ ਹੁੰਦਾ। ਅਸੀਂ ਪਰਮਾਤਮਾ ਨੂੰ ਛੱਡ ਦਿੱਤਾ ਹੈ, ਉਹਦੇ ਨਾਲੋਂ ਸਾਡਾ ਪਿਆਰ ਟੁੱਟ ਗਿਆ ਹੈ। ਹੁਣ ਸਾਡੇ ਮਨ ਨੂੰ ਧੀਰਜ ਨਹੀਂ ਆ ਰਿਹਾ। ਹੁਣ ਸਵਾਲ ਪੈਦਾ ਹੁੰਦਾ ਵੀ ਰੱਬ ਤੋਂ ਵਿਛੋੜਾ ਕਿਉਂ ਪਿਆ? ਅਸੀਂ ਰੱਬ ਨੂੰ ਛੱਡ ਕਿਉਂ ਦਿੱਤਾ ਹੈ? ਅਗਲੀ ਲਾਈਨ 'ਚ ਦਾ ਉੱਤਰ ਹੈ, ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ ਹੁੰਦੀ ਖਿੱਚ। ਹੁਣ ਸਾਨੂੰ ਮਾਇਆ ਦੀ ਖਿੱਚ ਲੱਗ ਗਈ ਹੈ। ਸਾਨੂੰ ਮਾਇਆ ਆਪਣੇ ਵੱਲ ਖਿੱਚਦੀ ਹੈ।
ਸਾਨੂੰ ਰੱਬ ਨਾਲੋਂ ਮਾਇਆ ਪਿਆਰੀ ਲੱਗਦੀ ਹੈ। ਜਿਵੇਂ ਕੋਈ ਔਰਤ ਹੈ, ਵਿਆਹੀ ਹੋਈ ਹੈ, ਉਹਦਾ ਪਤੀ ਤੋਂ ਬਿਨਾਂ ਕਿਸੇ ਹੋਰ ਬੰਦੇ ਨਾਲ ਵੀ ਪਿਆਰ ਹੈ ਤਾਂ ਉਹਨੂੰ ਆਪਣਾ ਪਤੀ ਪਿਆਰਾ ਨਹੀਂ ਲੱਗੇਗਾ। ਉਹ ਜਿਸ ਬੰਦੇ ਨਾਲ ਪਿਆਰ ਹੈ ਨਾ, ਉਹ ਪਿਆਰਾ ਲੱਗੇਗਾ ਅਤੇ ਉਹਦੀ ਕੋਸ਼ਿਸ਼ ਹੋਏਗੀ ਮੈਂ ਪਤੀ ਨੂੰ ਛੱਡ ਕੇ ਉਹਦੇ ਕੋਲ ਚਲੀ ਜਾਵਾਂ। ਇਸੇ ਤਰ੍ਹਾਂ ਉਹ ਬੰਦਾ ਜਿਹਨੂੰ ਆਪਣੀ ਪਤਨੀ ਤੋਂ ਬਿਨਾਂ ਕੋਈ ਹੋਰ ਜਨਾਨੀ ਪਿਆਰੀ ਲੱਗਦੀ ਹੈ, ਉਹਦੀ ਕੋਸ਼ਿਸ਼ ਹੁੰਦੀ ਹੈ ਮੈਂ ਇਸ ਘਰ ਨੂੰ ਛੱਡ ਕੇ ਉਹਦੇ ਨਾਲ ਵਿਆਹ ਕਰਾ ਲਾਂ। ਸਾਡੇ ਅੰਦਰ ਮਾਇਆ ਦੀ ਖਿੱਚ ਹੈ। ਮਾਇਆ ਦੀ ਖਿੱਚ ਕਾਰਨ ਅਸੀਂ ਜੋ ਪਰਮਾਤਮਾ ਸਾਡਾ ਸੱਜਣ ਸੀ, ਜੋ ਸਭ ਦੇ ਵਿੱਚ ਪੁਰਖ ਸਮਾਇਆ ਹੋਇਆ ਹੈ, ਉਹਨੂੰ ਅਸੀਂ ਵਿਸਾਰ ਦਿੱਤਾ। ਰੱਬ ਨੂੰ ਛੱਡ ਕੇ ਅਸੀਂ ਮਾਇਆ ਵਾਲੇ ਪਾਸੇ ਲੱਗ ਗਏ ਹਾਂ। ਇਸ ਲਈ ਰੱਬ ਤੋਂ ਸਾਨੂੰ ਵਿਛੋੜਾ ਪੈ ਗਿਆ ਹੈ। ਇਸ ਲਈ ਸਾਨੂੰ ਸਮਝ ਨਹੀਂ ਆ ਰਹੀ, ਅਸੀਂ ਦੁਖੀ ਹਾਂ। ਆਮ ਲੋਕਾਂ ਨੂੰ ਗਿਆਨ ਹੀ ਨਹੀਂ ਕਿ ਅਸੀਂ ਦੁਖੀ ਕਿਉਂ ਹਾਂ। ਕਈਆਂ ਕੋਲੇ ਸਭ ਕੁਛ ਹੁੰਦਾ, ਘਰ-ਬਾਰ ਵੀ ਹੁੰਦਾ, ਰੁਪਇਆ ਪੈਸਾ ਵੀ ਹੁੰਦਾ, ਬਾਲ ਬੱਚੇ ਵੀ ਹੁੰਦੇ ਨੇ, ਇਸ ਦੇ ਬਾਵਜੂਦ ਦੁਖੀ ਨੇ। ਉਹਨਾਂ ਪੁੱਛੇ ਤੁਸੀਂ ਕਿਉਂ ਹੁਣ ਦੁਖੀ ਹੋ? ਐਕਚੁਅਲੀ ਦੁੱਖ ਦਾ ਕਾਰਨ ਹੈ ਰੱਬ ਤੋਂ ਵਿਛੋੜਾ। ਬੰਦੇ ਨੇ ਰੱਬ ਦਾ ਨਾਮ ਜਪਣਾ ਬੰਦ ਕਰ ਦਿੱਤਾ ਹੈ। ਇਹ ਸੰਸਾਰਕ ਮੋਹ 'ਚ ਪੈ ਗਿਆ ਹੈ, ਇਹ ਮਾਇਆ ਕਮਾਉਣ ਦੇ ਚੱਕਰ 'ਚ ਲੱਗ ਗਿਆ, ਰੱਬ ਨੂੰ ਦਿੱਤਾ ਛੱਡ। ਇਹੀ ਕਾਰਨ ਹੈ ਕਿ ਸਭ ਕੁਝ ਹੋਣ ਦੇ ਬਾਵਜੂਦ ਵੀ ਮਨੁੱਖ ਦੁਖੀ ਹੈ, ਕਿਉਂਕਿ ਸੁਖ ਨਾਹੀ ਰੇ ਹਰ ਭਗਤ ਬਿਨਾ। ਪਰਮਾਤਮਾ ਦੀ ਭਗਤੀ ਤੋਂ ਬਿਨਾਂ ਸੁਖ ਮਿਲ ਹੀ ਨਹੀਂ ਸਕਦਾ। ਮਾਇਆ ਦੀ ਮਨ 'ਚ ਖਿੱਚ ਹੋਣ ਕਰਕੇ, ਖਿੱਚ ਹੋਣ ਕਰਕੇ ਇਹ ਮਨੁੱਖ ਨੇ ਹਰੀ ਜੋ ਸਾਜਰ ਸੱਜਣ ਹੈ, ਜੋ ਪੁਰਖ ਜੋ ਸਭ ਦੇ ਵਿੱਚ ਵਸਦਾ ਹੈ, ਵਿਸਾਰਕ ਹੈ, ਉਹਨੂੰ ਵਿਸਾਰ ਦਿੱਤਾ, ਉਹਨੂੰ ਭੁਲਾ ਦਿੱਤਾ। ਮਾਇਆ ਦੀ ਖਿੱਚ ਕਾਰਨ, ਮਾਇਆ ਦੀ ਖਿੱਚ ਕਾਰਨ ਮਨੁੱਖ ਨੇ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਹੁਣ ਪਰਮਾਤਮਾ ਦੇ ਦਰ ਤੋਂ ਦੂਰ ਚਲਾ ਗਿਆ ਹੈ, ਪਰਮਾਤਮਾ ਨਾਲੋਂ ਵਿਛੋੜਾ ਪੈ ਗਿਆ ਹੈ। ਵਿਛੋੜੇ ਕਾਰਨ ਦੁੱਖ ਹੈ। ਜਿੰਨਾ ਚਿਰ ਮਨੁੱਖ ਦੁਬਾਰਾ ਪਰਮਾਤਮਾ ਨੂੰ ਨਹੀਂ ਮਿਲਦਾ, ਇਹ ਦੁਖੀ ਹੀ ਰਹੇਗਾ, ਇਹ ਦੁਖੀ ਹੀ ਰਹੇਗਾ। ਭਜਨ ਬੰਦਗੀ ਕਰਨ ਦੇ ਬਾਵਜੂਦ ਵੀ ਇਹ ਦੁਖੀ ਰਹੇਗਾ, ਕਿਉਂਕਿ ਜੇ ਰੱਬ ਨਾਲ ਮੇਲ ਨਹੀਂ ਹੋਇਆ। ਭਜਨ ਬੰਦਗੀ ਕਰਨ ਨਾਲ ਸਗੋਂ ਰੱਬ ਨੂੰ ਮਿਲਣ ਦੀ ਤੜਪ ਪੈਦਾ ਹੋ ਜਾਂਦੀ ਹੈ। ਉਹ ਜਿਹੜੀ ਤੜਪ ਹੈ ਉਹ ਵੀ ਦੁਖੀ ਕਰਦੀ ਰਹਿੰਦੀ ਬੰਦੇ ਨੂੰ। ਆਪਾਂ ਕਿਸੇ ਨੂੰ ਮਿਲਣਾ ਚਾਹੀਏ ਅਤੇ ਉਹ ਮਿਲੇ ਨਾ, ਇਹ ਹੋਰ ਵੀ ਔਖਾ। ਆਪਾਂ ਕਿਸੇ ਨੂੰ ਮਿਲਣਾ ਹੀ ਨਹੀਂ ਚਾਹੁੰਦੇ ਅਤੇ ਉਹ ਨਹੀਂ ਮਿਲਿਆ, ਗੱਲ ਖਤਮ ਹੋ ਗਈ। ਜਦੋਂ ਆਪਾਂ ਭਜਨ ਬੰਦਗੀ ਕਰਦੇ ਹਾਂ, ਸਾਡੀ ਇੱਛਾ ਦੇ ਰੱਬ ਸਾਨੂੰ ਮਿਲੇ, ਉਹ ਮਿਲ ਨਹੀਂ ਰਿਹਾ। ਇਸ ਦੇ ਬਾਵਜੂਦ ਭਜਨ ਬੰਦਗੀ ਕਰਨ ਵਾਲੇ ਨੂੰ ਦੁੱਖ ਹੈ। ਸੁੱਖ ਸਿਰਫ ਅਤੇ ਸਿਰਫ ਉਦੋਂ ਹੈ ਜਦੋਂ ਸਾਡਾ ਪਰਮਾਤਮਾ ਨਾਲ ਮਿਲਾਪ ਹੋ ਜਾਵੇਗਾ। ਇਹ ਮਾਇਆ ਦੀ ਖਿੱਚ ਨੇ ਸਾਨੂੰ ਪਰਮਾਤਮਾ ਤੋਂ ਦੂਰ ਕਰ ਦਿੱਤਾ। ਸਾਡਾ ਪਰਮਾਤਮਾ ਨਾਲੋਂ ਪਿਆਰ ਟੁੱਟ ਗਿਆ ਹੈ। ਪਰਮਾਤਮਾ ਤੋਂ ਦੂਰ ਹੋਣ ਕਰਕੇ ਅਸੀਂ ਦੁਖੀ ਹਾਂ। ਸਾਡੇ ਦੁੱਖ ਦਾ ਆਹੀ ਕਾਰਨ, ਪਰਮਾਤਮਾ ਤੋਂ ਦੂਰ ਹੋਣ ਕਰਕੇ ਦੁਖੀ ਹਾਂ। ਦੂਰ ਹੋਣ ਦਾ ਕਾਰਨ ਮਾਇਆ ਦੀ ਖਿੱਚ ਹੈ। ਮਾਇਆ ਸਾਨੂੰ ਰੱਬ ਤੋਂ ਵੱਧ ਪਿਆਰੀ ਲੱਗਦੀ ਹੈ। ਇਸ ਕਰਕੇ ਮਨੁੱਖ ਮਾਇਆ ਵਾਲੇ ਪਾਸੇ ਝੁਕ ਜਾਂਦਾ ਹੈ। ਜਿਵੇਂ ਚੰਗੇ ਕੰਮਾਂ ਨਾਲੋਂ ਬੰਦੇ ਨੂੰ ਮਾੜੇ ਕੰਮ ਜ਼ਿਆਦਾ ਚੰਗੇ ਲੱਗਦੇ ਨੇ, ਇਸ ਲਈ ਮਾੜੇ ਕੰਮਾਂ ਵੱਲੋਂ ਛੇਤੀ ਝੁਕਦਾ ਹੈ, ਚੰਗੇ ਕਰਮਾਂ ਵੱਲ ਘਟ ਜਾਂਦਾ ਹੈ। ਇਸ ਕਰਕੇ ਦੁਖੀ ਹੁੰਦਾ ਰਹਿੰਦਾ ਹੈ। ਉਹ ਕਾਰਨ ਦਿੱਤਾ ਵੀ ਜੋ ਪਰਮਾਤਮਾ ਤੋਂ ਵਿਛੜੀਆਂ ਹੋਈਆਂ ਹਨ, ਜੋ ਆਪਣੇ ਘਰ ਤੋਂ ਬਾਹਰ ਗਈਆਂ ਹੋਈਆਂ ਹਨ, ਜਿਨ੍ਹਾਂ ਨੂੰ ਪਿਆਰ ਦਾ ਵਿਛੋੜਾ ਪੈ ਗਿਆ ਹੈ, ਉਹ ਸੁਖੀ ਨਹੀਂ, ਉਹਨਾਂ ਨੂੰ ਮਨ ਨੂੰ ਧੀਰਜ ਨਹੀਂ ਆ ਰਿਹਾ। ਪੁੱਤਰ ਕਲੱਤਰ ਨਾ ਸੰਗ ਧਨਾ ਹਰ ਅਵਿਨਾਸ਼ੀ। ਉਹ ਪਰਮਾਤਮਾ ਤੇ ਅਵਿਨਾਸ਼ੀ ਹੈ, ਉਹ ਤੇ ਸਦਾ ਰਹਿਣ ਵਾਲਾ ਹੈ।
ਹੁਣ ਉਹਨੂੰ ਤਾਂ ਦਿੱਤਾ ਛੱਡ, ਅਤੇ ਪੁੱਤਰ ਕਲੱਤਰ ਪਤਨੀ ਨੂੰ ਕਹਿੰਦੇ ਨੇ, ਧਨਾਂ ਧਨ। ਹੁਣ ਜਦੋਂ ਅਸੀਂ ਮਰਨਾ ਹੈ, ਨਾ ਪੁੱਤਰ ਨੇ, ਨਾ ਪਤਨੀ ਨੇ, ਨਾ ਧਨ ਨੇ ਸਾਡੇ ਨਾਲ ਨਹੀਂ ਜਾਣਾ। ਜਿਸ ਪਰਮਾਤਮਾ ਨੇ ਸਾਡੇ ਨਾਲ ਜਾਣਾ ਸੀ ਉਹਨੂੰ ਅਸੀਂ ਛੱਡ ਦਿੱਤਾ। ਇਸ ਲਈ ਔਖੇ ਵੇਲੇ ਸਾਡੀ ਸਹਾਇਤਾ ਕੌਣ ਕਰੇ? ਜਿਸ ਨੇ ਸਾਡੇ ਔਖੇ ਵੇਲੇ ਸਹਾਇਤਾ ਕਰਨੀ ਸੀ, ਜਮਾ ਤੋਂ ਸਾਨੂੰ ਛਡਾਉਣਾ ਸੀ, ਉਹਨੂੰ ਅਸੀਂ ਤਿਆਗ ਦਿੱਤਾ ਹੈ। ਪੁੱਤਰਾਂ ਨਾਲ, ਪਤਨੀ ਨਾਲ, ਧਨ ਨਾਲ ਪਿਆਰ ਹੋ ਗਿਆ ਹੈ, ਪਰ ਜਦੋਂ ਮਨੁੱਖ ਮਰਦਾ ਹੈ ਇਹਨਾਂ 'ਚ ਨਾਲ ਕੋਈ ਨਹੀਂ ਜਾਂਦਾ। ਜਮਾ ਤੋਂ ਇਹਨਾਂ 'ਚ ਨਾ ਪੁੱਤਰ ਛਡਾ ਸਕੇ, ਨਾ ਪਤਨੀ ਅਤੇ ਨਾ ਧਨ ਛਡਾ ਸਕੇ। ਜਿਸ ਨੇ ਸਾਨੂੰ ਜਮਾ ਤੋਂ ਛਡਾਉਣਾ ਸੀ, ਜੋ ਸਾਡਾ ਅਸਲ ਵਿੱਚ ਮਿੱਤਰ ਹੈ, ਉਹਨੂੰ ਤਾਂ ਅਸੀਂ ਭੁਲਾ ਦਿੱਤਾ ਹੈ। ਹਾਲਾਂਕਿ ਉਹ ਤਾਂ ਸਦਾ ਰਹਿਣ ਵਾਲਾ ਹੈ, ਅਤੇ ਇਹ ਜਿਹੜੇ ਰਿਸ਼ਤੇਦਾਰ ਨੇ ਇਹ ਤਾਂ ਸਦਾ ਰਹਿਣ ਵਾਲੇ ਹੀ ਨਹੀਂ ਹੈਗੇ। ਤੁਸੀਂ ਮੰਨ ਲਓ ਰੱਬ ਨਾ ਕਰੇ ਆਪਣੇ ਪੁੱਤਰ 'ਤੇ ਰੱਖ ਦਿਓ ਇੱਛਾ ਕਿ ਇਹ ਬੁਢਾਪੇ 'ਚ ਮੇਰੀ ਸੇਵਾ ਕਰੇਗਾ, ਤਾਂ ਹੀ ਬੱਚੇ ਪੈਦਾ ਕਰ ਦਿਓ, ਨਹੀਂ ਤਾਂ ਇਹਨਾਂ ਤੋਂ ਕੀ ਕਰਾਉਣਾ, ਨਹੀਂ ਤਾਂ ਇਹਨਾਂ ਤੋਂ ਕੀ ਕਰਨਾ। ਜਿੰਨਾ ਚਿਰ ਤੁਹਾਡੇ ਅੰਗ ਚੱਲਦੇ ਨੇ ਤੁਹਾਨੂੰ ਕਿਸੇ ਦੀ ਕੋਈ ਲੋੜ ਨਹੀਂ। ਰੋਟੀ ਖਾਣੀ ਹੈ ਉਹ ਬਾਜ਼ਾਰ 'ਚੋਂ ਮਿਲਦੀ ਹੈ, ਪੈਸੇ ਚਾਹੀਦੇ ਕੋਲ। ਤੁਸੀਂ ਜਿਹੜੇ ਬਾਲ ਬੱਚੇ ਪੈਦਾ ਕੀਤੇ ਨੇ ਇਹ ਤਾਂ ਇਸ ਲਈ ਕੀਤੇ ਨੇ ਕਿ ਬੁਢਾਪੇ ਵਿੱਚ ਜਦੋਂ ਆਪਾਂ ਕੋਈ ਕੰਮ ਨਾ ਕਰ ਸਕਦੇ ਹੋਈਏ, ਮੰਜੇ 'ਤੇ ਪੈ ਜਾਈਏ, ਬਿਮਾਰ ਹੋ ਜਾਈਏ, ਤਾਂ ਉਦੋਂ ਸਾਡੀ ਸਾਂਭ ਸੰਭਾਲ ਲਈ ਕੋਈ ਘਰ ਦਾ ਜੀਅ ਚਾਹੀਦਾ ਹੈ। ਇਸ ਲਈ ਤੁਸੀਂ ਬੱਚੇ ਪੈਦਾ ਕਰਦੇ ਹੋ ਸਕਦਾ ਹੈ ਜਿਸ 'ਤੇ ਤੁਸੀਂ ਆਸ ਰੱਖੀ ਸੀ ਕਿ ਮੇਰਾ ਪੁੱਤਰ ਮੈਨੂੰ ਬੁਢਾਪੇ 'ਚ ਪਾਲੇਗਾ, ਹੋ ਸਕਦਾ ਤੁਹਾਡੇ ਬੁਢਾਪੇ ਤੋਂ ਪਹਿਲੇ ਉਹ ਮਰ ਜਾਵੇ, ਜਾਂ ਤੁਹਾਡੇ ਨਾਲ ਲੜ ਕੇ ਤੁਹਾਨੂੰ ਛੱਡ ਕੇ ਚਲਿਆ ਜਾਵੇ, ਜਾਂ ਉਹ ਪ੍ਰਦੇਸ਼ ਵਿੱਚ ਚਲਿਆ ਜਾਵੇ। ਤੁਹਾਡੀ ਕੀ ਸਹਾਇਤਾ ਕਰੇਗਾ? ਆਸ ਤੁਸੀਂ ਲਾਈ ਰੱਖੀ, ਉਦੋਂ ਸਗੋਂ ਤੁਹਾਨੂੰ ਹੋਰ ਵੀ ਦੁੱਖ ਹੋਵੇਗਾ, ਉਦੋਂ ਹੋਰ ਵੀ ਦੁੱਖ ਹੋਏਗਾ। ਜੇ ਤੁਹਾਡਾ ਪੁੱਤਰ ਤੁਹਾਡੇ ਆਖੇ ਨਹੀਂ ਲੱਗਦਾ, ਤੁਹਾਡੀ ਕੋਈ ਸੇਵਾ ਨਹੀਂ ਕਰਦਾ, ਤੁਸੀਂ ਕਹੋਗੇ ਵੇ ਮਰ ਜਾਣਾ, ਤੇਰੇ ਬਿਨਾਂ ਕੀ ਸਾਡਾ ਗੱਡਾ ਖੜਾ ਸੀ। ਪਤਾ ਕੀ ਕੁਛ ਫਿਰ ਮਾਵਾਂ ਗੁੱਸੇ 'ਚ ਆ ਕੇ ਕਹਿੰਦੀਆਂ ਨੇ। ਇਸ ਲਈ ਗੁਰਬਾਣੀ ਸਮਝਾਉਂਦੀ ਹੈ ਕਿ ਜਿਹੜਾ ਪਰਮਾਤਮਾ ਇਹਨੇ ਰਹਿਣਾ ਸਦਾ। ਆ ਜਿਹੜੇ ਰਿਸ਼ਤੇਦਾਰ ਨੇ ਇਹਨਾਂ ਸਦਾ ਨਹੀਂ ਰਹਿਣਾ, ਅਤੇ ਪਰਮਾਤਮਾ ਨੇ ਸਾਡੇ ਨਾਲ ਜਾਣਾ। ਜਿੱਥੇ ਵੀ ਅਸੀਂ ਜਾਵਾਂਗੇ ਪਰਮਾਤਮਾ ਦਾ ਨਾਮ ਸਾਡੇ ਨਾਲ ਜਾਏਗਾ। ਰਿਸ਼ਤੇਦਾਰ ਨੇ ਇੱਥੇ ਰਹਿ ਜਾਣੇ, ਜਮਦੂਤਾਂ ਨੇ ਕੁੱਟ-ਕੁੱਟ ਕੇ ਸਾਰਾ ਨਾਸ ਮਾਰ ਦੇਣਾ, ਪਰ ਜੇ ਅਸੀਂ ਪਰਮਾਤਮਾ ਦਾ ਨਾਮ ਜਪਿਆ ਹੋਏਗਾ, ਜਮਾਂ ਦੀ ਕੋਈ ਤਾਕਤ ਹੀ ਨਹੀਂ ਸਾਨੂੰ ਕੁਛ ਕਹਿ ਜਾਣ। ਤਾਂ ਕਿਹਾ ਕਿ ਮਨੁੱਖ ਜਿਹੜਾ ਹੈ ਧੀਆਂ ਪੁੱਤਰਾਂ ਦੇ ਵਿੱਚ ਲੱਗ ਕੇ ਉਹ ਪਰਮਾਤਮਾ ਜੋ ਅਵਿਨਾਸ਼ੀ ਹੈ ਉਹਨੂੰ ਵਿਸਾਰ ਦਿੰਦਾ ਹੈ। ਪਲਚ ਪਲਚ ਸਗਲੀ ਮੋਈ, ਝੂਠਾ ਧੰਦਾ ਮੋਹ। ਪਲਚ ਪਲਚ ਹੁੰਦਾ ਉਲਝ ਉਲਝ ਕੇ। ਕਈ ਵਾਰੀ ਆਪਾਂ ਕਈ ਕੰਮਾਂ 'ਚ ਉਲਝ ਜਾਂਦੇ, ਫਸ ਜਾਂਦੇ। ਝੂਠੇ ਮਾਇਆ ਦੇ ਧੰਦਿਆਂ 'ਚ, ਇਹ ਧੰਦਿਆਂ ਦੇ ਮੋਹ 'ਚ ਬੰਦਾ ਜਾਂਦਾ ਫਸ, ਫਿਰ ਦੁਖੀ ਹੁੰਦਾ ਰਹਿੰਦਾ। ਸਗਲੀ ਮੋਈ, ਸਾਰੇ ਦੁਖੀ ਹੁੰਦੇ ਰਹਿੰਦੇ। ਇਹ ਸੰਸਾਰਕ ਧੰਦੇ, ਇਹ ਮਾਇਆ ਦੇ ਮੋਹ ਦੇ ਧੰਦੇ ਜਿਹੜੇ ਝੂਠੇ ਨੇ, ਇਹਨਾਂ ਸਾਡੀ ਸਹਾਇਤਾ ਨਹੀਂ ਕਰਨੀ। ਇਹਨਾਂ ਦੇ ਵਿੱਚ ਮਨੁੱਖ ਫਸ ਕੇ ਦੁਖੀ ਹੁੰਦਾ ਰਹਿੰਦਾ ਹੈ। ਇਸ ਲਈ ਗੁਰੂ ਮਹਾਰਾਜ ਕਹਿੰਦੇ, ਇੱਕ ਸਹਰ ਕੇ ਨਾਮ ਬਿਨ ਅੱਗੇ ਲਈਏ ਖੋ। ਪਰਮਾਤਮਾ ਦੇ ਨਾਮ ਤੋਂ ਬਿਨਾਂ ਜਦੋਂ ਅਸੀਂ ਅੱਗੇ ਜਾਵਾਂਗੇ ਨਾ ਮਰ ਕੇ, ਜੋ ਕੁਛ ਸਾਡੇ ਕੋਲ ਸਾਰਾ ਰਾਹ 'ਚ ਹੀ ਖੋਹ ਲੈਣਾ ਅਗਲੇ ਨੇ। ਇਹ ਤਾਂ ਪਹਿਲਾਂ ਇੱਥੇ ਹੀ ਛੱਡ ਜਾਣਾ ਸੀ, ਉਹਨੇ ਖੋਹ ਲੈਣਾ। ਨਾਲ ਅਸੀਂ ਕੁਛ ਲਿਜਾ ਹੀ ਨਹੀਂ ਸਕਣਾ। ਧਨ 'ਤੇ ਉਮੀਦ ਲਾਈ ਸੀ, ਧੀਆਂ ਪੁੱਤਰਾਂ 'ਤੇ, ਪਤਨੀ 'ਤੇ, ਪਤੀ 'ਤੇ, ਉਹ ਤਾਂ ਸਾਰੇ ਇੱਥੇ ਰਹਿ ਜਾਣੇ ਨੇ। ਹਰੀ ਦੇ ਨਾਮ ਤੋਂ ਬਿਨਾਂ ਅੱਗੇ ਸਾਰੇ ਸਾਡੇ ਤੋਂ ਖੋਹ ਲੈ ਜਾਣੇ ਨੇ।
ਜੇ ਕੋਈ ਨਹੀਂ ਖੋ ਸਕਦਾ ਤੇ ਪਰਮਾਤਮਾ ਦਾ ਨਾਮ ਸਾਡੇ ਤੋਂ ਨਹੀਂ ਖੋ ਸਕਦਾ। ਤੇ ਨਾਮ ਨੇ ਹਰ ਥਾਂ 'ਤੇ ਸਾਡੀ ਸਹਾਇਤਾ ਕਰਨੀ ਹੈ। ਇਸ ਲਈ ਨਾਮ ਤੋਂ ਬਿਨਾਂ ਸਭ ਕੁਛ ਇੱਥੇ ਹੀ ਛੱਡ ਕੇ ਚਲੇ ਜਾਣਾ ਬੰਦੇ ਨੇ। ਦਈ ਵਿਸਾਰ ਵਿਗੁਚਨਾ ਪ੍ਰਭ ਬਿਨ ਅਵਰ ਨ ਕੋਈ। ਪਰਮਾਤਮਾ ਨੂੰ ਭੁਲਾ ਕੇ, ਦਈ ਪਰਮਾਤਮਾ, ਯਾਦ ਰੱਖਣਾ, ਦਈ ਹਿੰਦੀ ਪੰਜਾਬੀ ਦਾ ਸ਼ਬਦ ਨਹੀਂ, ਇਹ ਸੰਸਕ੍ਰਿਤ ਦਾ ਸ਼ਬਦ ਹੈ। ਅਤੇ ਸੰਸਕ੍ਰਿਤ ਦੇ ਵਿੱਚ ਇਸ ਦਾ ਉਚਾਰਨ ਦਈ ਹੈ, ਦਈਓ ਨਹੀਂ ਹੈ, ਦੈ ਨਹੀਂ ਹੈ, ਦਈ ਹੈ। ਦੱਦਾ ਹੀ ਹੈ, ਦੈ ਨਹੀਂ, ਉਹਨੂੰ ਦਈ ਪੜ੍ਹਨਾ। ਦੱਦਾ ਯਈ ਨੂੰ ਸਿਆਰੀ ਵੀ ਦਈ ਪੜ੍ਹਨਾ, ਦੱਦਾ ਯਈ ਨੂੰ ਔਂਕੜ ਵੀ ਦਈ ਪੜ੍ਹਨਾ। ਇੱਕ ਹੈ ਹੇ ਰੱਬਾ, ਦੂਜਾ ਰੱਬ, ਤੀਜਾ ਰੱਬ ਨੇ। ਬਸ ਇੰਨੇ ਫਰਕ ਹੈ ਬਸ ਅਰਥਾਂ 'ਚ। ਦਈ ਵਿਸਾਰ ਵਿਗੁਚਨਾ, ਦਈ ਮੈਨੇ ਰੱਬ, ਰੱਬ ਨੂੰ ਭੁਲਾ ਕੇ ਬੰਦਾ ਖੁਆਰ ਹੁੰਦਾ ਹੈ। ਪ੍ਰਭ ਬਿਨ ਅਵਰ ਨਾ ਕੋਈ, ਕਿਉਂਕਿ ਪਰਮਾਤਮਾ ਤੋਂ ਬਿਨਾਂ ਤਾਂ ਸਾਡਾ ਸੱਜਣ ਹੀ ਕੋਈ ਨਹੀਂ, ਪਰਮਾਤਮਾ ਤੋਂ ਬਿਨਾਂ ਤਾਂ ਸਾਡੀ ਸਹਾਇਤਾ ਕਰਨ ਵਾਲਾ ਹੀ ਕੋਈ ਨਹੀਂ। ਔਖੇ ਸਮੇਂ ਪਰਮਾਤਮਾ ਤੋਂ ਬਿਨਾਂ ਸਾਡੀ ਕੋਈ ਬਾਂਹ ਫੜਨ ਵਾਲਾ ਹੀ ਨਹੀਂ ਹੈ। ਇਸ ਲਈ ਪਰਮਾਤਮਾ ਨੂੰ ਭੁਲਾ ਕੇ ਬੰਦਾ ਖੁਆਰ ਹੁੰਦਾ। ਵਿਗੁਚਨਾ ਮੈਨੇ ਖੁਆਰ ਹੋਣਾ, ਖੁਆਰ ਹੁੰਦਾ ਰਹਿੰਦਾ। ਤਾਂ ਕਹਿੰਦੇ ਖੁਆਰ ਹੋਏ ਸਭ ਮਿਲੇਂਗੇ। ਹਾਂ, ਜਿਹੜਾ ਸ਼ਰਨ 'ਚ ਆਊਗਾ ਨਾ ਉਹੀ ਬਚੇਗਾ, ਉਹੀ ਮਿਲੇਗਾ। ਦੂਜੇ ਦੇ ਖੁਆਰ ਹੁੰਦੇ ਰਹਿੰਦੇ। ਖੁਆਰ ਕਿਉਂ ਨੇ? ਰੱਬ ਨੂੰ ਭੁਲਾ ਦਿੱਤਾ ਹੈ। ਜਿਹੜੇ 40 ਸਿੰਘ ਭੁੱਖ ਦੇ ਦੁੱਖ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੇਦਾਵਾ ਲਿਖ ਕੇ ਦੇ ਗਏ ਸਨ। ਜਿੰਨਾ ਚਿਰ ਦੁਬਾਰਾ ਮੇਲ ਨਹੀਂ ਹੋਇਆ, ਗੱਲ ਨਹੀਂ ਬਣੀ, ਘਰੋਂ ਵੀ ਝਿੜਕਾਂ ਪਈਆਂ, ਸਮਾਜ ਨੇ ਵੀ ਝਿੜਕਾਂ ਦਿੱਤੀਆਂ ਬਈ ਜਦੋਂ ਤਾਂ ਗੁਰੂ ਮਹਾਰਾਜ ਸੁੱਖ ਸ਼ਾਂਤੀ ਸੀ, ਉੱਥੇ ਖਾਂਦੇ ਪੀਂਦੇ ਰਹੇ, ਤੁਸੀਂ ਰਹੇ। ਜਦੋਂ ਹੁਣ ਗੁਰੂ 'ਤੇ ਬਿਪਤਾ ਆ ਗਈ ਹੈ, ਤੁਸੀਂ ਛੱਡ ਕੇ ਆ ਗਏ। ਤੁਸੀਂ ਕਦੇ ਸਿੱਖੋ? ਤੁਸੀਂ ਕਦੇ ਸਿੱਖੋ? ਜਦੋਂ ਗੁਰੂ 'ਤੇ ਬਿਪਤਾ ਆ ਗਈ ਉਦੋਂ ਤੁਸੀਂ ਛੱਡ ਆਏ ਹੋ। ਅੰਗਰੇਜ਼ੀ ਹੈ ਕਿ ਏ ਫਰੈਂਡ ਇਨ ਨੀਡ ਇਜ਼ ਏ ਫਰੈਂਡ ਇਨ ਡੀਡ। ਅਸਲ ਮਿੱਤਰ ਕੌਣ ਹੈ? ਜੇ ਲੋੜ ਵੇਲੇ ਕੰਮ ਆਵੇ ਅਤੇ ਲੋੜ ਵੇਲੇ ਤੁਹਾਨੂੰ ਛੱਡ ਕੇ ਚਲੇ ਜਾਏ, ਤੁਹਾਨੂੰ ਕਿੰਨਾ ਦੁੱਖ ਹੋਏਗਾ? ਤੁਹਾਨੂੰ ਕਿੰਨਾ ਦੁੱਖ ਹੋਏਗਾ? ਤੁਸੀਂ ਆਪਣੇ ਬੱਚੇ 'ਤੇ ਉਮੀਦ ਰੱਖੀ ਹੈ, ਤੁਹਾਨੂੰ ਲੋੜ ਹੈ, ਉਹ ਤੁਹਾਨੂੰ ਛੱਡ ਕੇ ਚਲਾ ਗਿਆ, ਕਿੰਨਾ ਦੁੱਖ ਹੋਏਗਾ? ਫਿਰ ਜਦੋਂ ਸਮਾਜ ਨੇ, ਘਰ ਦੇ ਜੀਆਂ ਨੇ ਲਾਹਣਤਾਂ ਪਾਈਆਂ, ਫਿਰ ਵਿਚਾਰੇ ਵਾਪਸ ਆ ਗਏ। ਫਿਰ ਆ ਕੇ ਜਿਹੜਾ ਹੈ ਲੜਾਈ ਦੇ ਵਿੱਚ, ਯੁੱਧ ਦੇ ਵਿੱਚ ਹਿੱਸਾ ਲਿਆ ਅਤੇ ਫਿਰ ਸਾਰੇ ਦੇ ਸਾਰੇ ਸ਼ਹੀਦ ਹੋ ਗਏ। ਫਿਰ ਟੁੱਟੀ ਗੰਢੀ ਗਈ। ਅਜੇ ਗੁਰਦੁਆਰਾ ਸਾਹਿਬ ਸਥਾਨ 'ਤੇ ਬਣਿਆ, ਟੁੱਟੀ ਗੰਢੀ। ਕਿਉਂ? ਹੁਣ ਚਿਰ ਮਨ ਸ਼ਾਂਤ ਨਹੀਂ ਹੋਇਆ। ਗਲਤੀ 'ਤੇ ਕਰ ਬੈਠੇ, ਛੱਡ 'ਤੇ ਆਏ, ਅਤੇ ਮਗਰੋਂ ਜਦੋਂ ਸੋਝੀ ਆਏ ਵੀ ਓਹੋ ਬਈ ਜਿੰਨਾ ਚਿਰ ਉੱਥੇ ਸੀ ਸੁੱਖ ਸ਼ਾਂਤੀ, ਅਸੀਂ ਉੱਥੇ ਰਹੇ। ਜਦੋਂ ਗੁਰੂ ਮਹਾਰਾਜ ਸਾਰੇ ਪਾਸਿਓਂ ਘਿਰ ਗਏ, ਬਿਪਤਾ ਖੜੀ ਹੋ ਗਈ ਉਦੋਂ ਗੁਰੂ ਨੂੰ, ਉਦੋਂ ਅਸੀਂ ਛੱਡ ਆਏ। ਇਹਨੂੰ ਸਭ ਤੋਂ ਵੱਡਾ ਅਕਿਰਤ ਘਣ ਕਹਿੰਦੇ ਨੇ। ਔਖੇ ਵੇਲੇ ਕਿਸੇ ਆਪਣੇ ਰਿਸ਼ਤੇਦਾਰ ਨੂੰ, ਦੋਸਤ ਮਿੱਤਰ ਨੂੰ, ਕਿਸੇ ਨੂੰ ਛੱਡ ਦੇਣਾ। ਤਾਂ ਕਹਿੰਦੇ ਨੇ ਦਈ ਵਿਸਾਰ ਵਿਗੁਚਨਾ ਪ੍ਰਭ ਬਿਨ ਅਵਰ ਨ ਕੋਈ। ਪਰਮਾਤਮਾ ਬਿਨਾਂ ਹੋਰ ਸਾਡਾ ਕੋਈ ਸੱਜਣ ਹੀ ਨਹੀਂ ਹੈ। ਅਤੇ ਪਰਮਾਤਮਾ ਨੂੰ ਭੁਲਾ ਕੇ ਮਨੁੱਖ ਖੁਆਰ ਹੁੰਦਾ ਰਹਿੰਦਾ ਹੈ। ਪ੍ਰੀਤਮ ਚਰਨੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਜਿਹੜੇ ਪਰਮਾਤਮਾ ਦੇ ਚਰਨਾਂ 'ਚ ਜੁੜ ਗਏ, ਇਤਪਾ ਜਿਹੜੇ ਪਰਮਾਤਮਾ ਦੇ ਨਾਮ ਨਾਲ ਲੱਗ ਗਏ, ਤਿਨ ਕੀ ਨਿਰਮਲ ਸੋਏ। ਨਿਰਮਲ ਸੋਏ ਦਾ ਵਡਿਆਈ ਸ਼ੋਭਾ, ਉਹਨਾਂ ਦੀ ਫਿਰ ਸ਼ੋਭਾ ਹੁੰਦੀ ਹੈ, ਉਹਨਾਂ ਦੀ ਸ਼ੋਭਾ ਹੁੰਦੀ ਹੈ। ਕਿਉਂਕਿ ਪਰਮਾਤਮਾ ਦੇ ਚਰਨਾਂ ਨਾਲ ਜੁੜ ਗਏ, ਉਹ ਪਰਮਾਤਮਾ ਦੇ ਨਾਮ ਜਪਣ ਲੱਗੇ। ਜਿਉਂ ਜਿਉਂ ਨਾਮ ਜਪੀਏ ਤਿਉਂ ਤਿਉਂ ਉਹਨਾਂ ਦੀ ਵਡਿਆਈ ਹੁੰਦੀ ਜਾਂਦੀ ਹੈ। ਜਿਹੜੇ ਨਾਮ ਨਾਲ ਵਡਿਆਈ ਹੁੰਦੀ ਉਹ ਸਦਾ ਰਹਿੰਦੀ ਹੈ। ਜਿਨ੍ਹਾਂ ਭਗਤਾਂ ਨੇ, ਸੰਤਾਂ ਮਹਾਤਮਾ ਨੇ ਨਾਮ ਜਪਿਆ,
ਉਹ ਕਦੋਂ ਦੇ ਸਰੀਰ ਤਿਆਗੇ, ਅੱਜ ਵੀ ਉਹਨਾਂ ਦੀ ਵਡਿਆਈ ਹੁੰਦੀ ਹੈ। ਅੱਜ ਵੀ ਲੋਕ ਉਹਨਾਂ ਦੀ ਸ਼ਹੀਦੀਆਂ ਜਾਂ ਜਨਮ ਦਿਨ ਮਨਾਉਂਦੇ ਹਨ। ਕਿਉਂ? ਉਹਨਾਂ ਨੇ ਨਾਮ ਜਪਿਆ। ਸੋ ਉਹਨਾਂ ਦੀ ਫਿਰ ਨਿਰਮਲ ਸੋਏ, ਉਹਨਾਂ ਦੀ ਫਿਰ ਵਡਿਆਈ ਹੁੰਦੀ ਹੈ, ਸੋਭਾ ਹੁੰਦੀ ਹੈ। ਇੱਥੇ ਚਰਨੀ ਲੱਗਣ ਤੋਂ ਮਤਲਬ ਹੈ ਸ਼ਰਨ 'ਚ ਆ ਕੇ ਨਾਮ ਜਪਣ ਲੱਗ ਜਾਣਾ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਨਾਨਕ ਦੀ ਕਹਿੰਦੇ ਮੇਰੀ ਬੇਨਤੀ ਹੈ। ਕੀ ਬੇਨਤੀ ਹੈ? ਪ੍ਰਭ, ਹੇ ਪਰਮਾਤਮਾ। ਭੱਬੇ ਨੂੰ ਔਂਕੜ ਨਹੀਂ ਹੈ। ਪ੍ਰਭ ਜਦੋਂ ਔਂਕੜ ਨਾ ਹੋਵੇ ਤਾਂ ਮਤਲਬ ਹੇ ਪਰਮਾਤਮਾ। ਜੇ ਭੱਬੇ ਨੂੰ ਔਂਕੜੇ ਫਿਰ ਕਹਿੰਦੇ ਪਰਮਾਤਮਾ। ਜੇ ਭੱਬੇ ਨੂੰ ਸਿਹਾਰੀ ਦੀ ਕਹਿੰਦੇ ਪਰਮਾਤਮਾ ਨੇ। ਹੁਣ ਪ੍ਰਭ, ਹੇ ਪਰਮਾਤਮਾ। ਨਾਨਕ ਕੀ ਪ੍ਰਭ ਬੇਨਤੀ, ਮੇਰੀ ਬੇਨਤੀ ਹੈ ਹੇ ਪਰਮਾਤਮਾ ਮਿਲੋ, ਤੁਸੀਂ ਮੈਨੂੰ ਮਿਲੋ। ਪ੍ਰਾਪਤ ਹੋਏ ਤਾਂ ਜੋ ਮੈਨੂੰ ਤੁਹਾਡੇ ਪਿਆਰ ਦੀ ਪ੍ਰਾਪਤੀ ਹੋ ਜਾਏ। ਪਿਆਰ ਟੁੱਟ ਗਿਆ ਨਾ, ਮੈਨੂੰ ਤੁਹਾਡੀ ਪ੍ਰਾਪਤੀ ਹੋ ਜਾਏ, ਤੁਹਾਡੇ ਪਿਆਰ ਦੀ ਮੈਨੂੰ ਪ੍ਰਾਪਤੀ ਹੋ ਜਾਏ। ਕਿਰਪਾ ਕਰਕੇ ਤੁਸੀਂ ਮੈਨੂੰ ਮਿਲੋ। ਕਿਉਂਕਿ ਸਿੱਖ ਬੇਨਤੀ ਕਰਿਆ ਕਰਦਾ। ਮੰਨਣਾ ਨਾ ਮੰਨਣਾ ਜਿਹਦੇ ਅੱਗੇ ਬੇਨਤੀ ਕਰਦਾ ਦੀ ਮਰਜ਼ੀ ਹੈ। ਜੇ ਅਸੀਂ ਕੋਈ ਆਪਣੀ ਗੱਲ ਜ਼ੋਰ ਨਾਲ ਮਨਵਾ ਸਕਦੇ, ਫਿਰ ਸਾਨੂੰ ਬੇਨਤੀ ਕਰਨ ਦੀ ਲੋੜ ਨਹੀਂ। ਮਨਿਸਟਰ ਕਿਸੇ ਅਫਸਰ ਨੂੰ ਬੇਨਤੀ ਨਹੀਂ ਕਰਦਾ ਫਲਾਣੇ ਦੀ ਬਦਲੀ ਕਰ ਦੇ, ਉਹ ਆਰਡਰ ਕਰਦਾ। ਅਫਸਰ ਮੰਤਰੀ ਨੂੰ ਬੇਨਤੀ ਕਰਦਾ ਜੀ ਮੇਰਾ ਕੰਮ ਕਰ ਦਿਓ, ਮੇਰੀ ਫਲਾਣੇ ਦਾ ਬਦਲੀ ਕਰ ਦਿਓ, ਮੇਰਾ ਕਰ ਦਿਓ। ਮੰਤਰੀ ਅਫਸਰ ਦੀ ਬੇਨਤੀ ਨਹੀਂ ਕਰਦਾ, ਉਹ ਤਾਂ ਹੁਕਮ ਕਰਦਾ ਹੈ। ਇਸ ਲਈ ਸਾਨੂੰ ਪਰਮਾਤਮਾ ਨੇ ਮਿਲਣਾ, ਅਸੀਂ ਤਾਂ ਸਿਰਫ ਬੇਨਤੀ ਕਰਨੀ। ਹੁਣ ਗੁਰੂ ਨਾਨਕ ਦੇਵ ਜੀ ਪੰਜ ਪਾਤਸ਼ਾਹ ਬੇਨਤੀ ਕਰਦੇ ਨੇ ਕਿ ਹੇ ਪਰਮਾਤਮਾ ਤੁਸੀਂ ਮੈਨੂੰ ਮਿਲੋ ਤਾਂ ਜੋ ਮੈਨੂੰ ਤੁਹਾਡੇ ਪਿਆਰ ਦੀ ਪ੍ਰਾਪਤੀ ਹੋ ਜਾਵੇ। ਵੈਸਾਖ ਸੁਹਾਵਾ ਤਾਂ ਲੱਗੇ। ਇਹ ਵਿਸਾਖ ਦਾ ਮਹੀਨਾ ਤਾਂ ਹੀ ਚੰਗਾ ਲੱਗਦਾ ਜਾਂ ਸੰਤ ਭੇਟੈ ਹਰ ਸੋਏ। ਸੰਤ ਜਾਂ ਗੁਰੂ, ਜਦੋਂ ਗੁਰੂ ਪਰਮਾਤਮਾ ਨਾਲ ਮਿਲਾ ਦੇਵੇ, ਜਾਂ ਜਦੋਂ ਸੰਤ ਗੁਰੂ ਭੇਟੈ ਹਰ ਸੋਏ ਪਰਮਾਤਮਾ ਨਾਲ ਮਿਲਾ ਦੇਵੇ। ਜਿਸ ਨੂੰ ਗੁਰੂ ਪਰਮਾਤਮਾ ਨਾਲ ਮਿਲਾ ਦੇਵੇ ਉਸ ਲਈ ਵੈਸਾਖ ਦਾ ਮਹੀਨਾ ਸੁਹਾਵਣਾ ਹੈ। ਉਹਦੇ ਲਈ ਇਹ ਜੀਵਨ ਸੁਹਾਵਣਾ। ਅਤੇ ਸਾਡੇ ਜੀਵਨ ਦੇਸ਼ ਹੈ ਪਰਮਾਤਮਾ ਨੂੰ ਮਿਲਣਾ। ਅਸੀਂ ਉਸ ਤੋਂ ਪਤਾ ਨਹੀਂ ਕਿਹੜੇ ਜਨਮ ਦੇ ਵਿਛੜੇ ਹੋਏ ਹਾਂ, ਕਿਉਂਕਿ ਅਸੀਂ ਥੋੜ੍ਹੀ ਬਹੁਤੀ ਭਜਨ ਬੰਦਗੀ ਕਰਦੇ ਰਹਿੰਦੇ, ਇਸ ਲਈ ਸਾਨੂੰ ਵਾਰੀ ਵਾਰੀ ਮਨੁੱਖਾ ਜਨਮ ਮਿਲਦਾ ਰਹਿੰਦਾ ਹੈ। ਜਿਹੜੇ ਤਾਂ ਬਿਲਕੁਲ ਭਜਨ ਬੰਦਗੀ ਨਹੀਂ ਕਰਦੇ ਉਹਨਾਂ ਨੂੰ ਤਾਂ ਦੁਬਾਰਾ ਮਨੁੱਖਾ ਜੀਵਨ ਮਿਲਦਾ ਹੀ ਨਹੀਂ ਹੈ। ਪਰ ਜਿਹੜੇ ਥੋੜ੍ਹੀ ਬਹੁਤੀ ਭਜਨ ਬੰਦਗੀ ਕਰਦੇ ਰਹਿੰਦੇ ਉਹਨਾਂ ਨੂੰ ਦੁਬਾਰਾ ਮਨੁੱਖਾ ਜੀਵਨ ਮਿਲਦਾ ਰਹਿੰਦਾ, ਪਰ ਸੁਖੀ ਨਹੀਂ ਰਹਿੰਦੇ ਕਿਉਂਕਿ ਉਹ ਪਰਮਾਤਮਾ ਤੋਂ ਵਿਛੜੇ ਹੋਏ ਹਨ। ਅਸਲ ਵਿੱਚ ਆਨੰਦ ਕਦੋਂ ਆਉਂਦਾ ਹੈ? ਆਨੰਦ ਇੱਕ ਉਹ ਅਵਸਥਾ ਹੈ ਜਿਹੜੀ ਕਦੇ ਬਦਲਦੀ ਨਹੀਂ। ਸੁੱਖ ਦਾ ਵਿਰੋਧੀ ਸ਼ਬਦ ਦੁੱਖ ਹੈ। ਜਿਵੇਂ ਦਿਨ ਰਾਤ ਹੈ, ਖੁਸ਼ੀ ਗਮੀ ਹੈ, ਦੁੱਖ ਸੁੱਖ ਹੈ, ਪਰ ਆਨੰਦ ਦਾ ਕੋਈ ਵਿਰੋਧੀ ਸ਼ਬਦ ਨਹੀਂ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਜਦੋਂ ਪਰਮਾਤਮਾ ਦੀ ਪ੍ਰਾਪਤੀ ਹੋ ਗਈ, ਅਸਲ 'ਚ ਉਸ ਤੋਂ ਬਾਅਦ ਆਨੰਦ ਹੀ ਆਨੰਦ ਹੈ। ਤਾਂ ਉਹ ਬੇਨਤੀ ਕਦੇ ਹੇ ਪਰਮਾਤਮਾ ਮੈਨੂੰ ਮਿਲੋ, ਤੁਹਾਡੇ ਪਿਆਰ ਦੀ ਮੈਨੂੰ ਪ੍ਰਾਪਤੀ ਹੋਵੇ। ਜਦੋਂ ਗੁਰੂ ਪਰਮਾਤਮਾ ਨਾਲ ਸਾਨੂੰ ਮਿਲਾ ਦੇਵੇਗਾ, ਸਾਡੇ ਲਈ ਇਹ ਵਿਸਾਖ ਦਾ ਮਹੀਨਾ ਸੁਹਾਵਣਾ ਹੋ ਜਾਏਗਾ। ਸਾਡੇ ਲਈ ਇਹ ਜਿਹੜੀ ਜ਼ਿੰਦਗੀ ਹੈ ਸੁਹਾਵਣੀ ਹੋ ਜਾਏਗੀ। ਅਸੀਂ ਜ਼ਿੰਦਗੀ ਦੇ ਵਿੱਚ ਸੁਖੀ ਹੋ ਜਾਵਾਂਗੇ, ਸਦਾ ਅਡੋਲ ਅਵਸਥਾ ਰਹੇਗੀ, ਅਸੀਂ ਆਨੰਦ ਵਿੱਚ ਰਹਾਂਗੇ। ਸੋ ਦੁੱਖ ਦਾ ਕਾਰਨ ਸੀ ਰੱਬ ਤੋਂ ਵਿਛੋੜਾ। ਵਿਛੋੜੇ ਦਾ ਕਾਰਨ ਹੈ ਮਾਇਆ ਦੀ ਖਿੱਚ। ਮਾਇਆ ਦੀ ਖਿੱਚ ਹੈ ਸਾਨੂੰ, ਸੰਸਾਰਿਕ ਰਿਸ਼ਤੇਦਾਰਾਂ ਦੀ ਖਿੱਚ ਹੈ ਸਾਨੂੰ, ਸੰਸਾਰਿਕ ਚੀਜ਼ਾਂ ਦੀ ਸਾਨੂੰ ਖਿੱਚ ਹੈ। ਉਸ ਖਿੱਚ ਕਾਰਨ ਅਸੀਂ ਇੱਧਰਲੇ ਪਾਸੇ ਆ ਗਏ ਅਤੇ ਰੱਬ ਨੂੰ ਛੱਡ ਦਿੱਤਾ।
ਰੱਬ ਤੋਂ ਵਿਛੋੜਾ ਹੋਣ ਕਾਰਨ ਹੀ ਮਨ ਨੂੰ ਸ਼ਾਂਤੀ ਨਹੀਂ ਹੈ। ਹੁਣ ਦੇਖੋ, ਜੇ ਮਨ ਸ਼ਾਂਤ ਕਿਉਂ ਨਹੀਂ? ਕਿਉਂਕਿ ਨੂੰ ਰੱਬ ਤੋਂ ਵਿਛੋੜਾ ਹੈ। ਵਿਛੋੜਾ ਕਿਉਂ ਪਿਆ? ਕਿਉਂਕਿ ਸਾਨੂੰ ਰੱਬ ਨਾਲੋਂ ਮਾਇਆ ਜ਼ਿਆਦਾ ਪਿਆਰੀ ਲੱਗਦੀ ਹੈ। ਅਸੀਂ ਰੱਬ ਛੱਡ ਕੇ ਮਾਇਆ ਵਾਲੇ ਪਾਸੇ ਆ ਗਏ। ਉਦੋਂ ਦੇ ਹੀ ਅਸੀਂ ਦੁਖੀ ਹਾਂ। ਵਾਰੀ ਵਾਰੀ ਅਸੀਂ ਜਨਮ ਲੈ ਰਹੇ ਹਾਂ। ਜਦੋਂ ਕੋਈ ਗੁਰੂ ਸਾਨੂੰ ਮਿਲ ਜਾਵੇਗਾ, ਫਿਰ ਉਹ ਸਾਨੂੰ ਪਰਮਾਤਮਾ ਨਾਲ ਮਿਲਾ ਦੇਵੇ, ਤਾਂ ਪਰਮਾਤਮਾ ਨੂੰ ਮਿਲਣ ਤੋਂ ਬਾਅਦ ਫਿਰ ਸਦਾ ਲਈ ਸੁੱਖ ਹੀ ਸੁੱਖ ਹੈ। ਫਿਰ ਇਹ ਜੀਵਨ ਸੁਹਾਵਣਾ ਹੋ ਜਾਂਦਾ ਹੈ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਅੱਜ ਉਹ ਦਿਨ ਵੀ ਹੈ ਜਿਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ। ਈਸਵੀ ਤੱਕ 1666 ਈਸਵੀ ਤੋਂ ਲੈ ਕੇ 1698 ਈਸਵੀ ਤੱਕ, ਇਹ 22 ਸਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬੜੇ ਧਿਆਨ ਨਾਲ ਸਮਾਜ ਨੂੰ ਵਾਚ ਕੀਤਾ ਵੀ ਹਿੰਦੁਸਤਾਨ ਦੇ ਵਿੱਚ ਜਿਹੜੀ ਹਿੰਦੂ ਕੌਮ ਹੈ, ਇਹ 4 ਭਾਗਾਂ 'ਚ ਵੰਡੀ ਹੋਈ ਹੈ। ਕੁਝ ਬ੍ਰਾਹਮਣ ਨੇ, ਕੁਝ ਖੱਤਰੀ ਨੇ, ਕੁਝ ਵੈਸ਼ ਨੇ, ਕੁਝ ਸ਼ੂਦਰ ਨੇ। ਜਿਹੜੇ ਖੱਤਰੀ ਨੇ ਸਿਰਫ ਖੱਤਰੀਆਂ ਵੱਲ ਕੰਮ ਕਰਦੇ ਨੇ, ਹੋਰ ਨਹੀਂ ਕਰਦੇ। ਜਿਹੜੇ ਬ੍ਰਾਹਮਣ ਨੇ ਸਿਰਫ ਬ੍ਰਾਹਮਣਾਂ ਵਾਲਾ ਕੰਮ ਕਰਦੇ ਨੇ। ਜਿਹੜੇ ਵੈਸ਼ ਨੇ ਉਹ ਸਿਰਫ ਵੈਸ਼ਾਂ ਵਾਲਾ ਕੰਮ ਕਰਦੇ ਨੇ। ਜਿਹੜੇ ਸ਼ੂਦਰ ਨੇ ਉਹ ਸ਼ੂਦਰਾਂ ਵਾਲਾ ਕੰਮ ਕਰਦੇ ਨੇ ਅਤੇ ਇੱਕ ਦੂਜੇ ਨਾਲ ਵਰਤਣਾ ਪਸੰਦ ਨਹੀਂ ਕਰਦੇ। ਜਾਤ ਦੇ ਅੰਦਰ ਹਉਮੈ ਹੈ। ਪੰਡਤ ਅਤੇ ਖੱਤਰੀ ਜਿਹੜੇ ਨੇ ਇਹ ਦੂਜੀਆਂ ਜਾਤਾਂ ਨੀਵੀਆਂ ਜਾਤਾਂ ਗਿਣਦੇ। ਕੰਮ ਉਹਨਾਂ ਤੋਂ ਲੈਂਦੇ ਨੇ, ਕਿਉਂਕਿ ਕੰਮ ਤਾਂ ਨੀਵੀਆਂ ਜਾਤਾਂ ਨਹੀਂ ਕਰਨਾ ਹੁੰਦਾ। ਕੰਮ ਤਾਂ ਉਹਨਾਂ ਤੋਂ ਲੈਂਦੇ ਨੇ, ਪਰ ਉਹਨੂੰ ਪਸੰਦ ਨਹੀਂ ਕਰਦੇ। ਉਹਨਾਂ ਨਾਲ ਵਿਹਾਰ ਨਹੀਂ ਠੀਕ ਕਰਦੇ। ਉਹਨਾਂ ਨੂੰ ਬੇਗਾਨੇ ਸਮਝਦੇ ਨੇ। ਉਹਨਾਂ ਨੂੰ ਛੂੰਹਦੇ ਨਹੀਂ ਹੈਗੇ। ਉਹਨਾਂ ਨਾਲ ਬੈਠ ਕੇ ਖਾਂਦੇ ਪੀਂਦੇ ਨਹੀਂ ਹੈਗੇ। ਉਹਨਾਂ ਦੇ ਨਾਲ ਕੋਈ ਰਿਸ਼ਤੇਦਾਰੀ ਨਹੀਂ ਰੱਖਦੇ। ਇਹੀ ਕਾਰਨ ਸੀ ਕਿ ਆਪਸੀ ਏਕਤਾ ਨਾ ਹੋਣ ਕਾਰਨ ਹਿੰਦੁਸਤਾਨ ਗੁਲਾਮ ਹੋ ਗਿਆ। ਗੁਲਾਮ ਹੋ ਗਿਆ। ਫਿਰ ਜਿਹੜੇ ਜਿਨ੍ਹਾਂ ਦਾ ਰਾਜ ਸੀ, ਉਹ ਇਹਨਾਂ ਚਾਰਾਂ ਨੂੰ ਨਫ਼ਰਤ ਕਰਦੇ ਸਨ। ਬ੍ਰਾਹਮਣਾਂ ਨੂੰ, ਖੱਤਰੀਆਂ ਨੂੰ, ਵੈਸ਼ਾਂ ਨੂੰ, ਸ਼ੂਦਰ ਨੂੰ। ਉਹ ਕਹਿੰਦੇ ਸੀ ਅਸੀਂ ਇਹਨਾਂ ਤੋਂ ਵੀ ਉੱਪਰ ਆ, ਕਿਉਂਕਿ ਸਾਡਾ ਰਾਜ ਹੈ। ਜਿੱਥੇ ਰਾਜ ਹੋਏਗਾ ਉੱਥੇ ਹਉਮੈ ਜ਼ਰੂਰ ਹੋਵੇਗੀ। ਜਿੱਥੇ ਰਾਜ ਹੋਏਗਾ ਉੱਥੇ ਹਉਮੈ ਜ਼ਰੂਰ ਹੋਏਗੀ। ਜਿੱਥੇ ਹਉਮੈ ਹੋਏਗੀ ਉੱਥੇ ਜ਼ੁਲਮ ਜ਼ਰੂਰ ਹੋਏਗਾ। ਜਿਸ ਰਾਜੇ ਵਿੱਚ ਹਉਮੈ ਹੋਵੇ ਨਾ, ਉਹ ਹਮੇਸ਼ਾ ਹੀ ਜ਼ਾਲਮ ਹੁੰਦਾ ਹੈ। ਫਿਰ ਜਿਨ੍ਹਾਂ ਦਾ ਰਾਜ ਸੀ, ਉਸ ਵੇਲੇ ਮੁਸਲਮਾਨਾਂ ਦਾ ਰਾਜ ਸੀ। ਉਹਨਾਂ ਦੀ ਇੱਛਾ ਸੀ ਕਿ ਵੱਧ ਤੋਂ ਵੱਧ ਹਿੰਦੂ ਮੁਸਲਮਾਨ ਬਣਨ। ਜਿਹੜੇ ਤੇ ਆਪਣੇ ਆਪ ਬਣ ਜਾਂਦੇ ਸਨ, ਵੈਲ ਐਂਡ ਗੁੱਡ। ਜਿਹੜੇ ਨਹੀਂ ਸਨ ਬਣਦੇ, ਉਹਨਾਂ ਨੂੰ ਫਿਰ ਧੱਕੇ ਨਾਲ ਬਣਾਇਆ ਜਾਂਦਾ ਸੀ। ਕਿਉਂਕਿ ਮੁਸਲਮਾਨਾਂ ਜਦੋਂ ਰਾਜ ਆਇਆ, ਉਹਨਾਂ ਨੇ ਸੋਚਿਆ ਕਿ ਕਿਸੇ ਕੋਲੇ ਹਥਿਆਰ ਨਹੀਂ ਰਹਿਣਾ ਚਾਹੀਦਾ, ਸਿਰਫ ਖੱਤਰੀਆਂ ਨੂੰ ਛੱਡ ਕੇ, ਕਿਉਂ ਤਾਂ ਫੌਜ ਭਰਤੀ ਹੋਣਗੇ ਨਾ। ਖੱਤਰੀ ਕਿਸੇ ਬ੍ਰਾਹਮਣ ਕੋਲੇ, ਕਿਸੇ ਵੈਸ਼ ਕੋਲੇ, ਕਿਸੇ ਸ਼ੂਦਰ ਕੋਲੇ ਕੋਈ ਹਥਿਆਰ ਨਹੀਂ ਹੋਣਾ ਚਾਹੀਦਾ, ਤਾਂ ਜੋ ਇਹ ਸਾਡਾ ਮੁਕਾਬਲਾ ਹੀ ਨਾ ਕਰ ਸਕਣ। ਹੁਕਮ ਕਰਦੇ ਮੁਗਲਾਂ ਨੇ ਕਿ ਕੋਈ ਚਾਕੂ ਤੱਕ ਵੀ ਨਹੀਂ ਰੱਖ ਸਕਦਾ ਘਰ 'ਚ। ਕੋਈ ਚਾਕੂ ਤੱਕ ਵੀ ਨਹੀਂ ਰੱਖ ਸਕਦਾ ਘਰ ਦੇ ਵਿੱਚ। ਕੋਈ ਘੋੜੇ 'ਤੇ ਨਹੀਂ ਚੜ੍ਹ ਸਕਦਾ ਹੈ। ਇਹ ਹਾਲਤ ਹਿੰਦੁਸਤਾਨ ਦੀ ਸੀ। ਗੁਰੂ ਮਹਾਰਾਜ ਦੇਖਿਆ ਵੀ ਜਿਹੜਾ ਸਿੱਖ ਹੈ, ਮੈਂ ਇਹਨੂੰ ਇੱਕ ਐਸਾ ਇਨਸਾਨ ਬਣਾਉਣਾ ਜਿਹੜਾ ਸੰਪੂਰਨ ਹੋਵੇ। 9ਵੇਂ ਪਾਤਸ਼ਾਹ ਤੱਕ ਸਿੱਖ ਡਰਨੋਂ ਡਰਾਉਣੋਂ ਹਟ ਗਏ। ਪੈ ਕਾਹੂ ਕੋ ਦੇਤ ਨਹਿ ਪੈ ਮਾਨਤ ਆਣ। ਇਹ ਡਰਨੋਂ ਤੇ ਡਰਾਉਣੋਂ ਤਾਂ ਗਏ ਹਟ।
ਪਰ ਆਤਮ ਰੱਖਿਆ ਲਈ ਇਹਨਾਂ ਕੋਲ ਕੋਈ ਪ੍ਰਬੰਧ ਨਹੀਂ ਸੀ। ਅਸੀਂ ਕਿਸੇ ਤੋਂ ਤਾਂ ਹੀ ਨਹੀਂ ਡਰਦੇ ਜੇ ਸਾਡੇ ਕੋਲ ਉਹਦੇ ਨਾਲ ਮੁਕਾਬਲਾ ਕਰਨ ਦਾ ਕੋਈ ਚੀਜ਼ ਹੋਵੇ। ਇੱਕ ਬੰਦੇ ਕੋਲ ਡਾਂਗ ਹੈ, ਮੈਂ ਖਾਲੀ ਹੱਥ ਹਾਂ, ਮੈਂ ਉਸ ਤੋਂ ਡਰਾਂਗਾ ਮੈਨੂੰ ਕਿਤੇ ਡਾਂਗ ਨਾ ਕੱਢ ਮਾਰੇ। ਮੇਰੇ ਕੋਲ ਡਾਂਗ ਹੈ, ਦੂਜੇ ਕੋਲ ਪਿਸਤੌਲ ਹੈ, ਤਾਂ ਵੀ ਮੈਂ ਉਸ ਤੋਂ ਡਰਾਂਗਾ ਕਿ ਇਹ ਮੈਨੂੰ ਦੂਰੋਂ ਗੋਲੀ ਚਲਾ ਕੇ ਮਾਰ ਦੇਗਾ। ਪੂਰਾ ਨਿਡਰ ਹੋਣ ਲਈ ਜ਼ਰੂਰੀ ਸੀ ਹਥਿਆਰਬੰਦ ਹੋਣਾ। ਸਿੱਖ 'ਚ ਇਹ ਤਾਂ ਸਿਫਤ ਸੀ। ਸਿੱਖ ਬ੍ਰਾਹਮਣ ਵੀ ਹੈ, ਜਦੋਂ ਵਿਦਿਆ ਪੜ੍ਹਦਾ ਅਤੇ ਵਿਦਿਆ ਪੜ੍ਹਾਉਂਦਾ, ਇਹ ਬ੍ਰਾਹਮਣ ਵੀ ਹੈ। ਸਿੱਖ ਕਸ਼ਤਰੀ ਹੈ, ਪਰ ਉਦੋਂ ਸਿੱਖ ਕਸ਼ਤਰੀ ਨਹੀਂ ਸੀ ਕਿਉਂਕਿ ਹਥਿਆਰਬੰਦ ਨਹੀਂ ਸੀ। ਇਹ ਆਪਣੀ ਅਤੇ ਦੂਸਰੇ ਦੀ ਰੱਖਿਆ ਨਹੀਂ ਸੀ ਕਰ ਸਕਦਾ। ਹਾਂ, ਵੈਸ਼ ਜ਼ਰੂਰ ਸੀ, ਆਪਣਾ ਕਮਾ ਕੇ ਖਾਂਦਾ ਸੀ। ਇਹ ਸ਼ੂਦਰ ਵੀ ਸੀ, ਇਹ ਸੇਵਾ ਵੀ ਕਰਦਾ ਸੀ। ਸ਼ੂਦਰਾਂ ਦਾ ਕੰਮ ਹੈ ਸੇਵਾ ਕਰਨਾ। ਸਿੱਖ ਵੀ ਸੇਵਾ ਕਰਦੇ, ਗੁਰਦੁਆਰੇ ਜਾ ਕੇ ਕਿਤੇ ਭੁੱਖਮਰੀ ਪੈ ਜਿੱਥੇ ਲੰਗਰ ਲਾਉਂਦੇ ਨੇ, ਕਿਤੇ ਹੜ੍ਹ ਆ ਜੇ ਉੱਥੇ ਸੇਵਾ ਕਰਦੇ ਨੇ। ਸਿੱਖ ਸ਼ੂਦਰ ਵੀ ਸੀ, ਸਿੱਖ ਵੈਸ਼ ਵੀ ਸੀ, ਸਿੱਖ ਬ੍ਰਾਹਮਣ ਵੀ ਸੀ, ਪਰ ਉਦੋਂ ਸਿੱਖ ਅਜੇ ਖੱਤਰੀ ਨਹੀਂ ਸੀ ਬਣੇ। ਇਹ ਹਥਿਆਰਬੰਦ ਨਹੀਂ ਸੀ। ਹੁਣ ਅਮਰੀਕਾ ਤੋਂ ਸਾਰਾ ਸੰਸਾਰ ਡਰਦਾ। ਇਹ ਨਹੀਂ ਕਿ ਉਹਦੀ ਬਾਹਾਂ 'ਚ ਜ਼ਿਆਦਾ ਤਾਕਤ ਹੈ, ਨਹੀਂ, ਉਹਦੇ ਕੋਲ ਹਥਿਆਰ ਸਾਰੇ ਸੰਸਾਰ ਤੋਂ ਵੱਧ ਤਾਕਤਵਰ ਨੇ। ਉਹ 5-10 ਮਿੰਟਾਂ 'ਚ ਸਾਰੇ ਸੰਸਾਰ ਦਾ ਤਹਿਸ ਨਹਿਸ ਕਰ ਸਕਦਾ ਹੈ, ਇਸ ਲਈ ਡਰਦੇ ਨੇ। ਅਸੀਂ ਵੀ ਚੀਨ ਤੋਂ ਡਰਦੇ ਹਾਂ। ਉਹ ਸਾਡਾ ਇਲਾਕਾ ਦੱਬੀ ਫਿਰਦਾ ਹੈ। ਅਸੀਂ 11 ਵਾਰ ਉਹਦੇ ਨਾਲ ਗੱਲਬਾਤ ਕਰ ਲਈ ਹੈ, ਅਜੇ ਵੀ ਉਹ ਪਿੱਛੇ ਨਹੀਂ ਪੂਰੀ ਤਰ੍ਹਾਂ ਹਟ ਰਿਹਾ। ਸਾਡੇ 'ਚ ਤਾਕਤ ਨਹੀਂ ਕਿ ਅਸੀਂ ਡੰਡੇ ਦੇ ਜ਼ੋਰ ਨਾਲ ਹਟਾ ਦੀ, ਕਿਉਂਕਿ ਸਾਡੇ ਤੋਂ ਤਕੜਾ। ਹਥਿਆਰਬੰਦ ਹੋਣਾ ਜ਼ਰੂਰੀ ਹੈ। ਗੁਰੂ ਮਹਾਰਾਜ ਦੇਖਿਆ ਵੀ ਸਿੱਖ 'ਚ ਬਾਕੀ ਤੇ ਤਿੰਨੋਂ ਜਾਤਾਂ ਵਾਲੇ ਗੁਣ ਨੇ। ਇਹ ਬ੍ਰਾਹਮਣ ਵੀ ਹੈ, ਇਹ ਵਿਦਿਆ ਪੜ੍ਹਦਾ ਅਤੇ ਪੜ੍ਹਾਉਂਦਾ ਵੀ ਹੈ, ਇਹ ਵੈਸ਼ ਵੀ ਹੈ, ਖੇਤੀਬਾੜੀ ਕਰਦਾ, ਆਪਣਾ ਕਮਾ ਕੇ ਖਾ ਰਿਹਾ ਰੁਜ਼ਗਾਰ। ਇਹ ਸ਼ੂਦਰ ਵੀ ਹੈ, ਇਹ ਦੂਜਿਆਂ ਦੀ ਸੇਵਾ ਵੀ ਕਰਦਾ ਹੈ, ਪਰ ਇਹ ਆਪਣੀ ਰੱਖਿਆ ਜਾਂ ਦੂਜੇ ਦੀ ਰੱਖਿਆ ਕਰਨ ਦੇ ਅਜੇ ਯੋਗ ਨਹੀਂ। ਅਤੇ ਉਹਨਾਂ ਕਿਹਾ ਜਿੰਨਾ ਚਿਰ ਇੱਕ ਛਤਰੀ ਨਹੀਂ ਹੁੰਦਾ, ਉਹਨਾਂ ਚਿਰ ਇਹ ਸੰਪੂਰਨ ਨਹੀਂ ਹੁੰਦਾ, ਅਤੇ ਜਿੰਨਾ ਚਿਰ ਮਨੁੱਖ ਸੰਪੂਰਨ ਨਹੀਂ ਹੁੰਦਾ, ਇਹ ਸੁਖੀ ਨਹੀਂ ਹੁੰਦਾ। ਅਧੂਰਾ ਪਹਿਲਾਂ ਤਾਂ ਸੋਹਣਾ ਹੀ ਨਹੀਂ ਲੱਗਦਾ। ਕੋਈ ਤਸਵੀਰ ਹੈ, ਉਹਦੇ ਇੱਕ ਅੰਗ ਹੀ ਨਹੀਂ ਲੱਗਿਆ ਨਾਲ, ਉਹ ਸੋਹਣੀ ਨਹੀਂ ਲੱਗੇ। ਅਧੂਰੀ ਚੀਜ਼ ਕੋਈ ਵੀ ਸੋਹਣੀ ਨਹੀਂ ਲੱਗਦੀ। ਅਤੇ ਗੁਰੂ ਮਹਾਰਾਜ ਕਹਿੰਦੇ ਮੇਰਾ ਸਿੱਖ ਅਜੇ 75% 'ਤੇ ਠੀਕ ਹੈ, 25% ਅਜੇ ਵੀ ਨਹੀਂ ਠੀਕ ਹੈ। ਉਹ ਕਹਿੰਦੇ ਸੀ ਮੇਰਾ ਸਿੱਖ ਸੰਪੂਰਨ ਹੋ ਜਾਵੇ। ਇਹ ਬ੍ਰਾਹਮਣ ਵੀ ਹੋਵੇ, ਇਹ ਖੱਤਰੀ ਵੀ ਹੋਵੇ, ਇਹ ਵੈਸ਼ ਵੀ ਹੋਵੇ, ਇਹ ਸ਼ੂਦਰ ਵੀ ਹੋਵੇ। ਇਸ ਲਈ ਉਹਨਾਂ 1699 ਦੇ ਸ਼ੁਰੂ ਵਿੱਚ ਉਸ ਜ਼ਮਾਨੇ ਦੇ ਵਿੱਚ 2 ਵਾਰੀ ਸਿੱਖ ਗੁਰੂ ਦੇ ਘਰ ਦਰ 'ਤੇ ਆਇਆ ਕਰਦੇ ਸਾਲ 'ਚ, ਇੱਕ ਦੀਵਾਲੀ ਨੂੰ, ਦੂਜਾ ਵਿਸਾਖੀ ਨੂੰ। ਗੁਰੂ ਮਹਾਰਾਜ ਮਸੰਦਾਂ ਦੇ ਰਾਹੀਂ ਸਾਰੇ ਹਿੰਦੁਸਤਾਨ ਦੇ ਸਿੱਖਾਂ ਨੂੰ ਸੁਨੇਹੇ ਭੇਜਦੇ ਕਿ 1699 ਦੀ ਵਿਸਾਖੀ ਨੂੰ ਵੱਧ ਤੋਂ ਵੱਧ ਅਨੰਦਪੁਰ ਸਾਹਿਬ ਪਹੁੰਚੋ। ਇਹ ਨਹੀਂ ਦੱਸਿਆ ਵੀ ਕਿਉਂ ਪਹੁੰਚੋ, ਕਿਹਾ ਵੀ ਵੱਧ ਤੋਂ ਵੱਧ ਅਨੰਦਪੁਰ ਸਾਹਿਬ ਪਹੁੰਚੋ। ਔਰੰਗਜ਼ੇਬ ਨੂੰ ਵੀ ਇਸ ਗੱਲ ਦਾ ਹੀ ਸੂਹ ਮਿਲੀ ਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਸਿੱਖਾਂ ਨੂੰ ਕਿਹਾ ਕਿ ਵੱਧ ਤੋਂ ਵੱਧ ਅਨੰਦਪੁਰ ਸਾਹਿਬ ਐਤਕੀ ਪਹੁੰਚੋ, ਵੀ ਕੋਈ ਗੱਲ ਜ਼ਰੂਰ ਹੈ। ਉਹਨੇ ਵੀ ਆਪਣਾ ਇੱਕ ਬੰਦਾ ਜਸੂਸ ਬਣਾ ਕੇ ਗੁਰੂ ਮਹਾਰਾਜ ਦੇ ਦਰਬਾਰ 'ਚ ਭੇਜਿਆ। ਉਹ ਗੁਰੂ ਮਹਾਰਾਜ ਦਾ ਬਣ ਗਿਆ ਮਾਲੀ। ਫੁੱਲਾਂ ਬੂਟਿਆਂ ਨੂੰ ਪਾਣੀ ਲਾਉਣਾ, ਨਵੇਂ ਲਾਉਣੇ, ਘਾਹ ਘੂ ਠੀਕ ਕਰਨਾ, ਜਿਹੜਾ ਮਾਲੀ ਦਾ ਕੰਮ, ਉਹ ਮਾਲੀ ਬਣ ਕੇ ਰਹਿੰਦਾ ਰਿਹਾ। ਅਤੇ ਉਹ ਔਰੰਗਜ਼ੇਬ ਨੂੰ ਉਹ ਸਮੇਂ ਸਮੇਂ 'ਤੇ ਚਿੱਠੀਆਂ ਲਿਖਦਾ ਰਿਹਾ ਵੀ ਇੱਥੇ ਕੀ ਕੁਛ ਹੋ ਰਿਹਾ ਹੈ।
ਵਿਸਾਖੀ ਤੋਂ 1-2 ਦਿਨ ਪਹਿਲਾਂ ਬਹੁਤ ਸੰਗਤ ਪਹੁੰਚ ਗਈ ਹੈ। ਕਈ ਵਿਦਵਾਨਾਂ ਲਿਖਿਆ 60,000, ਕਈ ਵਿਦਵਾਨਾਂ ਲਿਖਿਆ 80,000। ਅੱਜ ਤੇ ਲੱਖਾਂ ਇਕੱਠੇ ਹੋ ਸਕਦੇ ਨੇ। ਕਿਉਂ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੇਲੇ ਸਾਰੇ ਹਿੰਦੁਸਤਾਨ ਦੀ ਆਬਾਦੀ ਹੀ ਕੁੱਲ 6 ਕਰੋੜ ਸੀ, ਜਿਸ ਦੇ ਵਿੱਚ ਅੱਜ ਦਾ ਪਾਕਿਸਤਾਨ ਅਤੇ ਅੱਜ ਦਾ ਬੰਗਲਾਦੇਸ਼ ਅਤੇ ਆ ਸਾਰਾ ਹਿੰਦੁਸਤਾਨ ਰਲਾ ਕੇ ਇੱਕ ਦੇਸ਼ ਸੀ। ਇੱਕ ਦੇਸ਼, 3 ਦੇਸ਼ਾਂ ਨੂੰ ਰਲਾ ਕੇ ਜਿਹੜਾ ਹਿੰਦੁਸਤਾਨ ਸੀ ਉਹਦੀ ਆਬਾਦੀ ਕੁੱਲ 6 ਕਰੋੜ ਸੀ। 6 ਕਰੋੜ ਦੇ ਸਭ ਤੋਂ ਵੱਧ ਹਿੰਦੂ ਸਨ, ਦੂਜੇ ਨੰਬਰ 'ਤੇ ਮੁਸਲਮਾਨ ਸਨ ਅਤੇ ਸਿੱਖ ਤਾਂ ਬਹੁਤ ਥੋੜ੍ਹੇ ਸਨ। ਸਿੱਖਾਂ ਦੀ ਗਿਣਤੀ ਬਹੁਤ ਥੋੜ੍ਹੀ, ਕੁਝ ਲੱਖ ਸਨ ਸਿੱਖ ਸਾਰੇ ਹਿੰਦੁਸਤਾਨ। ਇਸ ਲਈ ਜੇ 60,000 ਵੀ ਆ ਗਏ, ਮੈਂ ਸਮਝਦਾ ਬਹੁਤ ਆ ਗਏ, ਬਹੁਤ ਆ ਗਏ। ਅੱਜ ਸਾਡੀ ਆਬਾਦੀ 2 ਕਰੋੜ ਹੈ। ਪਹਿਲਾਂ ਕੁਝ ਲੱਖ ਸੀ ਦਸਮ ਪਾਤਸ਼ਾਹ ਵਾਲੇ, ਹੁਣ 2 ਕਰੋੜ ਹੈ। ਅਤੇ ਹੁਣ ਤਾਂ ਆਵਾਜਾਈ ਦੇ ਸਾਧਨ ਵੀ ਬਹੁਤ ਹੋ ਗਏ ਨੇ, ਬਹੁਤ ਹੀ ਘੱਟ ਹੋ ਸਕਦਾ ਹੈ। ਹੁਣ ਤਾਂ ਬਹੁਤ ਹੀ ਘੱਟ ਹੋ ਸਕਦਾ ਹੈ। ਉਦੋਂ ਆਵਾਜਾਈ ਦੇ ਸਾਧਨ ਹੀ ਕੋਈ ਨਹੀਂ ਸਨ, ਔਰ ਸਿੱਖੀ ਸਾਰੇ ਹਿੰਦੁਸਤਾਨ 'ਚ ਫੈਲੀ ਹੋਈ ਸੀ। ਹੁਣ ਜਿਸ ਨੇ ਉੜੀਸਾ ਤੋਂ ਚੱਲਣਾ, ਜਗਨਨਾਥਪੁਰੀ ਤੋਂ ਚੱਲਣਾ, ਉਹਨੂੰ ਪੰਜਾਬ ਆਉਣ ਤੱਕ ਕਿਤਨੇ ਦਿਨ ਪੈਦਲ ਲੱਗ ਜਾਣੇ। ਕੋਈ ਬਿਦਰ ਤੋਂ ਚੱਲ ਰਿਹਾ ਮਹਾਰਾਸ਼ਟਰ ਤੋਂ, ਉਹਨੂੰ ਕਿੰਨੇ ਦਿਨ ਲੱਗ ਜਾਂਦੇ। ਕੋਈ ਦੁਆਰਕਾ ਗੁਜਰਾਤ ਤੋਂ ਚੱਲ ਰਿਹਾ, ਉਹਨੂੰ ਕਿੰਨਾ ਸਮਾਂ ਲੱਗੇਗਾ। ਕੋਈ ਦਿੱਲੀ ਤੋਂ ਚੱਲ ਰਹੇ ਸਨ, ਚਲੋ ਉਹ ਤਾਂ ਕੁਝ ਛੇਤੀ ਪਹੁੰਚ ਗਏ, ਕੁਝ ਲਾਹੌਰ ਤੋਂ ਚੱਲ ਪਏ। ਸਿੱਖ ਸੰਗਤ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਪਹੁੰਚ ਗਈ ਅਨੰਦਪੁਰ ਸਾਹਿਬ। ਬੜੇ ਵੱਡੇ ਵੱਡੇ ਪੰਡਾਲ ਨੇ, ਲੰਗਰ ਦਾ ਬਹੁਤ ਪ੍ਰਬੰਧ ਹੈ, ਰਹਿਣ ਸਹਿਣ ਦਾ ਬਹੁਤ ਵਧੀਆ ਦਸਵੇਂ ਪਾਤਸ਼ਾਹ ਨੇ ਪ੍ਰਬੰਧ ਕੀਤਾ ਵੀ ਹਜ਼ਾਰਾਂ ਦੀ ਤਾਦਾਦ ਸੰਗਤ ਹੋਣੀ ਹੈ। ਉਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਹੋਣਾ ਚਾਹੀਦਾ, ਉਹਨਾਂ ਦਾ ਰੋਟੀ ਪਾਣੀ ਦਾ ਵੀ ਪ੍ਰਬੰਧ ਹੋਣਾ ਚਾਹੀਦਾ, ਹੋਰ ਜਿਹੜੀਆਂ ਸਹੂਲਤਾਂ ਨੇ ਉਹਨਾਂ ਦਾ ਪ੍ਰਬੰਧ ਵੀ ਹੋਣਾ ਚਾਹੀਦਾ। ਸਾਰਾ ਪ੍ਰਬੰਧ ਕੀਤਾ। ਬੜੀ ਵੱਡੀ ਬਹੁਤ ਉੱਚੀ ਸਟੇਜ ਤਿਆਰ ਕੀਤੀ ਗਈ ਹੈ। ਸਾਰੀ ਸੰਗਤ ਜਦੋਂ ਆ ਕੇ ਬੈਠ ਗਈ, ਦਸਵੇਂ ਪਾਤਸ਼ਾਹ ਵੀ ਪੰਡਾਲ 'ਚ ਪਹੁੰਚ ਗਏ। ਉਹਨਾਂ ਨੇ ਆ ਨਹੀਂ ਦੇਖਿਆ, ਤਾਂ ਨਹੀਂ ਦੇਖਿਆ। ਆਉਂਦੇ ਸਾਰ ਸਾਰੀ ਸੰਗਤ ਨੂੰ ਫਤਿਹ ਬੁਲਾਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਇੱਕਦਮ ਆਪਣੀ ਤਲਵਾਰ, ਜਿਹਨੂੰ ਸ਼੍ਰੀ ਸਾਹਿਬ ਕਹਿੰਦੇ ਨੇ ਸਤਿਕਾਰ ਵਜੋਂ, ਮਿਆਨ 'ਚੋਂ ਬਾਹਰ ਕੱਢੀ, ਉੱਚੀ ਕੀਤੀ ਸਟੇਜ 'ਤੇ ਕਿ ਮੈਨੂੰ ਇੱਕ ਸਿਰ ਦੀ ਲੋੜ ਹੈ, ਆਓ ਕੋਈ। ਇੱਕ ਵਾਰੀ ਤਾਂ ਸਨਾਟਾ ਛਾ ਗਿਆ। ਕਿਸੇ ਨੂੰ ਚਿੱਤ ਚੇਤਾ ਵੀ ਨਹੀਂ ਸੀ ਵੀ ਇਹ ਮੰਗ ਵੀ ਹੋਵੇਗੀ, ਕਿਉਂਕਿ ਸੰਸਾਰ 'ਚ ਕਿਸੇ ਗੁਰੂ ਨੇ ਪਹਿਲੇ ਮੰਗ ਹੀ ਨਹੀਂ ਰੱਖੀ। ਪਰ ਛੇਤੀ ਹੀ ਸੰਭਲ ਗਏ ਲੋਕ। ਲਾਹੌਰ ਦਾ ਭਾਈ ਦਇਆ ਸਿੰਘ, ਜਿਹੜਾ ਉਸ ਵੇਲੇ ਦਾ ਨਾਮ ਸੀ ਦਇਆ ਰਾਮ, ਲਾਹੌਰ ਦਾ ਭਾਈ ਦਇਆ ਸਿੰਘ ਖੜ੍ਹਾ ਹੋਇਆ ਹੈ। ਗੁਰੂ ਮਹਾਰਾਜ ਨੇ ਉਹਨੂੰ ਸਟੇਜ 'ਤੇ ਚੜ੍ਹਾ ਲਿਆ ਹੈ। ਸ਼੍ਰੀ ਸਾਹਿਬ ਦੇ ਨਾਲ ਸਟੇਜ 'ਤੇ ਸਿਰ ਵੜ ਕੇ ਰੱਖਤਾ। ਕਈ ਤਾਂ ਜਿਹੜੇ ਮੇਰੇ ਵਰਗੇ ਹੋਣਗੇ ਬੈਠੇ, ਉਹ ਪਿੱਛੇ ਨੂੰ ਭੱਜ ਲਏ ਹੋਣੇ ਵੀ ਲੈ ਵੀ ਗੁਰੂ ਮਹਾਰਾਜ ਤਾਂ ਸਿੱਖਾਂ ਨੂੰ ਵੱਢਣ ਲੱਗ ਗਏ, ਅਸੀਂ ਤਾਂ ਸੋਚਿਆ ਸੀ ਕੋਈ ਸਾਨੂੰ ਦੇਣਗੇ ਕੁਛ ਉੱਥੇ। ਸੋਚ ਤਾਂ ਬਿਲਕੁਲ ਉਲਟ ਹੋ ਗਿਆ ਨਾ, ਸੋਚ ਤਾਂ ਬਿਲਕੁਲ ਉਲਟ ਹੋ ਗਿਆ। ਫਿਰ ਕਹਿੰਦੇ ਇੱਕ ਸਿਰ ਹੋਰ ਚਾਹੀਦਾ। ਫਿਰ ਦਿੱਲੀ, ਉਰਦੂ ਉਹਨੂੰ ਹਸਤਨਾਪੁਰ ਕਹਿੰਦੇ ਸੀ। ਦਿੱਲੀ ਹਸਤਨਾਪੁਰ ਬੜਾ ਪੁਰਾਣਾ ਨਾਮ ਹੈ। ਦੁਆਪਰ ਯੁੱਗ 'ਚ ਵੀ ਹਸਤਨਾਪੁਰ, ਤ੍ਰੇਤੇ 'ਚ ਵੀ ਇਹਨੂੰ ਹਸਤਨਾਪੁਰ ਕਹਿੰਦੇ ਸੀ। ਫਿਰ ਬਾਅਦ ਦਿੱਲੀ ਹੋ ਗਿਆ। ਦਿੱਲੀ ਦਾ ਫਿਰ ਧਰਮ ਸਿੰਘ ਖੜ੍ਹਾ ਹੋਇਆ, ਉਹਦਾ ਵੀ ਉੱਥੇ ਸਿਰ ਲਾਤਾ ਸਟੇਜ 'ਤੇ। ਕਹਿੰਦੇ ਇੱਕ ਸਿਰ ਹੋਰ ਚਾਹੀਦਾ। ਫਿਰ ਜਿਹੜਾ ਹੈ ਹਿੰਮਤ ਸਿੰਘ ਖੜ੍ਹਾ ਹੋਇਆ, ਉਹਦਾ ਵੀ ਸਿਰ ਉੱਥੇ ਲਾਤਾ। ਮਸੰਦ ਕੁਝ ਭੱਜ ਕੇ ਮਾਤਾ ਜੀ ਕੋਲੇ ਗਏ, ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਕੋਲੇ। ਕਹਿੰਦੇ ਤੁਹਾਡੇ ਪੁੱਤਰ ਨੂੰ ਪਤਾ ਨਹੀਂ ਕੀ ਹੋ ਗਿਆ, ਤੂੰ ਸਿੱਖਾਂ ਨੂੰ ਵੱਢੀ ਤੁਰਿਆ ਜਾ ਰਿਹਾ, ਅਤੇ ਤੁਸੀਂ ਪਹੁੰਚੋ ਪੰਡਾਲ 'ਚ, ਸਮਝਾਓ ਪੁੱਤਰ ਨੂੰ। ਉਹ ਕਹਿੰਦੇ ਮੇਰਾ ਲਾਡ ਵਾਲਾ ਜੋ ਕਰ ਰਿਹਾ ਠੀਕ ਕਰ ਰਿਹਾ।
मेरा लाडला जो कर रहा ठीक कर। फिर जो चौथी आवाज़ एक सिर होर चाहिए, फिर भाई मोहकिम सिंह खड़े होए, कहते एक सिर होर चाहिए, फिर भाई हिम्मत सिंह, फिर भाई साहिब सिंह खड़े होए। हुण कुछ लोग उड़ीक कर रहे ने एक होर आवाज़ देणगे, वो कहते नहीं मैनू बस 5 ही चाहिए। तुसीं हैरान होवोगे कि इन्हां 5 चों एक हैगा लाहौर दा, दूजा हैगा दिल्ली दा, तीजा हैगा गुजरात दे द्वारका दा, चौथा महाराष्ट्र दा बिदर दा, पंजवां उड़ीसा दा जगन्नाथपुरी दा। देखो हिंदुस्तान दे अड्ड अड्ड थावां तो बंदे इकट्ठे होए। इस तो सिद्ध होंदा है कि सिੱਖੀ सारे हिंदुस्तान दूर दूर तक फैल चुकी सी। एक लाहौर दा, दूजा दिल्ली दा, तीजा गुजरात दा, चौथा महाराष्ट्र दा, पंजवां उड़ीसा दा है। और फिर होर एक खत्री है, एक जट है, एक ਝਿਓਰ है, एक छींबा है, एक नाई है। तो मैं सोचा शुक्र है जट्टो तुहाडी इज्जत रह गई, नहीं तुसीं एवें हौमे च फिरी जाने फूकां जी मारदे रहने। शुक्र है तुहाडे एक ते है, जे भी ना हुंदा अरे चलो चलो मारी जा गल्लां जट्टां असीं उदों खड़ा क्यों ना कोई होया है, लाज रह गई। मैं चलो कोई नहीं जैमल से इन्हें लाज नहीं तो हैन ते फुकरे। खैर मेरे कहने का मतलब है बई सिੱਖੀ सारिया जातां च सी। देखो खत्री भी आया, जट भी आया, ਝਿਓਰ भी आया, छींबा भी आया, नाई भी आया। फिर ये ਅੱਡ ਅੱਡ स्टेटां तो सन, ਅੱਡ ਅੱਡ जातां दे सन। और होर हैरानी की गल है कि इन्हां 5 नूं 5 बाणियां मूँह जबानी याद सन। ये भी वड्डी गल है, मैनू अज तक नहीं याद होईयां। उदों किहड़ियां पढ़ाइयां होणीਆਂ ने, पर गुरु च शरधा ही इन्नी ज़्यादा सी सिखां दी कि वह बाणी मूँह जबानी याद का उन्होंने शौक से भी साडा गुरु खुश हो जाएगा। अज सानूं सहूलतां ने गुटके दियां, उदों भी सहूलत मोबाइल की होगी, गुटका चक्कण की भी लोड़ नहीं है। हुण तो सारा गुरु ग्रंथ सी जेब च हुंदा है। फिर भी सानू बाणी याद करने का शौक घट है। आ कीर्तनीय ने इन्हें मोबाइल रखे ने बाजियां ते, इन्हें 10-12 शब्द ही सारी उम्र च याद नहीं होंगे। क्यों 6 या 7 शब्द ना खुशी दे गाने दे ने, 6 या 7 शब्द जिहड़ा अफसोस दे गाने दे, दो समझ जाते ने। अब की बार बख्श बंदे को सारे गाउंदे ने सारे गाउंदे ने। 10-12 शब्दों की सारी उम्र च लोड़ है, पर वो भी 99% कीर्तनियों नूं मूँह जबानी याद नहीं हैगा। उदों मैं हैरान हाँ कि जदों अनपढ़ता सी तां फिर जिहड़ा है वो जिहड़े 5 प्यारे खड़े होए जिन्होंने गुरु गोबिंद सिंह कहा ये 5 प्यारे ने, उन्होंने मूँह जबानी 5 बाणियां याद सन। गुरु महाराज ने फिर की कीता, ਉਹ ਪੰਜਾਂ ਨੂੰ ਉਹਨਾਂ ਦੇ ਧੜ ਦੇ ਨਾਲ ਸਿਰ ਜੋੜੇ, ਨਾਲ ਲਾ ਕੇ ਉਹਨਾਂ 'ਤੇ ਛਿੱਟਾ ਮਾਰਿਆ ਪਾਣੀ ਦਾ। ਉਹ ਸਾਰੇ ਜਿਉਂਦੇ ਹੋ ਗਏ ਅਤੇ ਖੜ੍ਹੇ ਹੋ ਗਏ। ਗੁਰੂ ਮਹਾਰਾਜ ਉਹਨਾਂ ਨੂੰ ਟੈਂਟ 'ਚ ਲੈ ਗਏ। ਜੋ ਉਸ ਮੁਸਲਮਾਨ ਨੇ ਔਰੰਗਜ਼ੇਬ ਨੂੰ ਰਿਪੋਰਟ ਭੇਜੀ, ਮੈਂ ਤੁਹਾਨੂੰ ਉਹੀ ਸਿਰਫ ਬੋਲ ਰਿਹਾ, ਮੈਂ ਤਾਂ ਉਸ ਵੇਲੇ ਹਾਜ਼ਰ ਹੀ ਨਹੀਂ ਸੀ, ਨਾ ਤੁਸੀਂ ਸੀ। ਸਾਡਾ ਜਿਹੜਾ ਇਤਿਹਾਸ ਉਹ ਕਹਿੰਦਾ ਗੁਰੂ ਮਹਾਰਾਜ ਟੈਂਟ ਲਾਇਆ ਹੋਇਆ ਸੀ ਜੀ, ਉਹ ਫਿਰ ਟੈਂਟ 'ਚ ਲੈ ਜਾਂਦੇ ਸਨ, ਉਹ ਉੱਥੇ ਠੱਕ ਦੀ ਆਵਾਜ਼ ਆਉਂਦੀ ਸੀ, ਲਹੂ ਦੀ ਤਤੀਰੀ ਬਾਹਰ ਨਿਕਲਦੀ ਸੀ। ਉਹਨੇ ਲਿਖਿਆ ਔਰੰਗਜ਼ੇਬ ਨੇ, ਜੋ ਮੈਂ ਤੁਹਾਨੂੰ ਦੱਸ ਰਿਹਾ, ਜਿਹੜਾ ਜਸੂ ਮਾਲੀ ਬਣ ਕੇ ਟੈਂਟ ਦੇ ਕੋਲ ਬੈਠਾ ਸੀ। ਉਹ ਕਹਿੰਦਾ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 5 ਦੇ ਸਿਰ ਨਾਲ ਲਾ ਕੇ ਪਾਣੀ ਦਾ ਛਿੱਟਾ ਮਾਰਿਆ, ਉਹ 5 ਦੇ 5 ਜਿਉਂਦੇ ਹੋ ਗਏ। ਗੁਰੂ ਮਹਾਰਾਜ ਨੂੰ ਟੈਂਟ 'ਚ ਲਿਜਾ ਕੇ ਨਵੇਂ ਬਸਤਰ ਪਵਾਤੇ, ਉਹਨਾਂ ਦੇ ਨਵੇਂ ਬਸਤਰ ਪਵਾਤੇ ਨੇ।
ਸਭ ਦੇ ਸ਼੍ਰੀ ਸਾਹਿਬ ਉੱਤੋਂ ਦੀ ਪਾਈ ਹੋਈ ਹੈ, ਦਸਤਾਰਾਂ ਬੰਨੀਆਂ ਹੋਈਆਂ ਨੇ, ਕਛਹਿਰੇ ਪਾਏ ਹੋਏ ਨੇ, ਲੰਮੀ ਕਮੀਜ਼ ਪਾਏ ਹੋਏ ਨੇ, ਅਤੇ ਜਿਹੜਾ ਹੈ ਲੱਕ ਦੁਆਲੇ ਕੱਪੜਾ ਬੰਨਿਆ ਹੋਇਆ ਹੈ, ਜਿਹਨੂੰ ਆਪਾਂ ਕਮਰ ਕੱਸਾ ਕਹਿੰਦੇ। ਉਹ ਪੰਜਾਂ ਨੂੰ ਸਟੇਜ 'ਤੇ ਲੈ ਆਏ ਨੇ। ਫਿਰ ਕਹਿੰਦੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ ਇੱਕ ਲੋਹੇ ਦਾ ਬਾਟਾ ਸੀ, ਇੱਕ ਉਹਨਾਂ ਕੋਲ ਖੰਡਾ ਸੀ। ਉਹਨਾਂ ਨੇ ਸਤਲੁਜ ਦੇ ਦਰਿਆ ਤੋਂ ਪਾਣੀ ਮੰਗਵਾਇਆ, ਘਰੋਂ ਪਤਾਸੇ ਮੰਗਾਏ। ਫਿਰ ਉਹ ਪਾਣੀ 'ਚ ਪਤਾਸੇ ਪਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਮੂੰਹੋਂ ਕੁਛ ਬੋਲਦੇ ਰਹੇ। ਕਹਿੰਦਾ ਮੈਨੂੰ ਸੁਣਦਾ ਨਹੀਂ ਸੀ ਕੀ ਬੋਲ ਰਹੇ, ਪਰ ਉਹਨਾਂ ਦਾ ਮੂੰਹ ਹਿਲਦਾ ਸੀ, ਇਹਦਾ ਮਤਲਬ ਮੂੰਹੋਂ ਕੁਛ ਬੋਲ ਰਹੇ ਸਨ ਅਤੇ ਖੰਡਾ ਫੇਰੀ ਜਾਂਦੇ ਸਨ। ਕੋਈ ਪੌਣੇ ਕੁ ਘੰਟੇ ਬਾਅਦ ਉਹਨਾਂ ਨੇ ਉਹ ਜੋ ਪਾਣੀ 'ਚ ਪਤਾਸੇ ਘੋਲੇ ਨਾਲ ਉਹਨਾਂ ਨੇ ਜਿਹੜੀ ਬਾਣੀ ਪੜ੍ਹੀ। ਫਿਰ ਕਹਿੰਦੇ ਉਸ ਪਾਣੀ ਨੂੰ ਉਹਨਾਂ ਨੇ ਕਿਹਾ ਭਾਈ ਇਹ ਅੰਮ੍ਰਿਤ ਹੈ। ਉਹਨਾਂ ਨੇ ਫਿਰ ਦਸਮ ਪਾਤਸ਼ਾਹ ਨੇ ਉਹ ਪੰਜਾਂ ਪਿਆਰਿਆਂ ਨੂੰ ਵਾਰੀ ਪਹਿਲਾਂ ਤਾਂ 5 ਛਿੱਟੇ ਉਹਨਾਂ ਦੀਆਂ ਅੱਖਾਂ 'ਚ ਮਾਰਿਆ ਅੰਮ੍ਰਿਤ ਦੇ, ਫਿਰ 5 ਛਿੱਟੇ ਉਹਨਾਂ ਦੇ ਸਿਰ 'ਤੇ ਪਾਏ। ਉਹਨਾਂ ਦੀ ਦਸਤਾਰ ਹਟਾ ਕੇ ਉੱਤੋਂ ਸਿਰ ਨੰਗਾ ਕਰਕੇ ਉਹ 5 ਛਿੱਟੇ ਉੱਤੇ ਦਿੱਤੇ। ਫਿਰ ਜਿਹੜਾ ਹੈ ਉਹਨਾਂ ਨੂੰ 5 ਘੁੱਟ ਪਿਲਾਇਆ ਅੰਮ੍ਰਿਤ। ਫਿਰ ਉਹਨਾਂ ਪੰਜਾਂ ਖੜੇ ਕਰ ਲਏ, ਸਾਰੇ ਖਲੋਤੇ ਸਨ ਉਹ। ਫਿਰ ਕਹਿੰਦੇ ਆ ਬਾਟਾ ਹੈ, ਇਹਨੂੰ ਵਾਰੀ ਪੀਓ। ਕਹਿੰਦੇ ਉਹ ਬਾਟੇ ਦਾ ਮੂੰਹ ਲਾਇਆ, ਦੂਜੇ ਨੇ ਉਸੇ ਬਾਟੇ ਨਾਲ ਲਾਇਆ, ਤੀਜੇ ਨੇ ਲਾਇਆ, ਚੌਥੇ ਨੇ ਲਾਇਆ, ਪੰਜਵੇਂ ਨੇ ਲਾਇਆ। ਹੁਣ ਤੁਸੀਂ ਸੋਚੋਗੇ ਵੀ ਉਹ ਸਾਰਿਆਂ ਨੂੰ ਕਿਉਂ ਪਿਲਾਇਆ? ਉਹ ਇਸ ਲਈ ਕਿ ਇਹਨਾਂ 'ਚ ਝੂਠ ਅਤੇ ਸੁੱਚ ਦੀ ਜਿਹੜੀ ਪਿੱਟਤਾ ਹੈ ਉਹ ਖਤਮ ਹੋਵੇ। ਜਿਵੇਂ ਇੱਕ ਬੀਬੀ ਨੂੰ ਕਿਹਾ ਮੈਂ ਬੀਬੀ ਤੂੰ ਅੰਮ੍ਰਿਤ ਛਕ ਲੈ। ਕਹਿੰਦੇ ਦੇਖੋ ਜੀ ਅੰਮ੍ਰਿਤ ਛਕਣ ਨੂੰ ਤਾਂ ਮੈਂ ਤਿਆਰ ਆ, ਪਰ ਜਿਹੜਾ ਝੂਠਾ ਇੱਕ ਦੂਜੇ ਨੂੰ ਪਿਲਾਉਂਦੇ ਨੇ ਉਹ ਨਹੀਂ ਮੇਰਾ ਜੀਅ ਕਰਦਾ, ਮੈਂ ਨਹੀਂ ਛਕਦੀ। ਮੈਂ ਉਹਨਾਂ ਨੂੰ ਕਿਹਾ ਹੋ ਸਕਦਾ ਤੁਹਾਡੇ 'ਤੇ ਕਿਰਪਾ ਨਾ ਗੁਰੂ ਹੈ, ਮੈਂ ਸਾਰੀ ਉਮਰ 'ਚ ਝੂਠਾ ਕਿਸੇ ਦਾ ਖਾਧਾ ਹੀ ਨਹੀਂ। ਮੈਂ ਇੱਕ ਵਾਰੀ ਮਿਸਿਸ ਨੇ ਮੈਨੂੰ ਜ਼ਿਆਦਾ ਦਾਲ ਸਬਜ਼ੀ ਪਾਤੀ, ਮੈਂ ਕਿਹਾ ਭਾਈ ਮੈਂ ਤਾਂ ਇੰਨੀ ਖਾਂਦਾ ਨਹੀਂ, ਇਹ ਘੱਟ ਕਰ ਲਓ। ਕਹਿੰਦੇ ਨਹੀਂ ਜਿੰਨੀ ਤੁਸੀਂ ਖਾਣੀ ਖਾ ਲਓ, ਬਾਕੀ ਮੈਂ ਖਾ ਲਾਂਗੀ। ਅਤੇ ਮੈਂ ਬੜੀ ਹੈਰਾਨੀ ਨਾਲ ਕਿਹਾ ਤੁਸੀਂ ਮੇਰੇ ਝੂਠੀ ਦਾਲ ਸਬਜ਼ੀ ਖਾਓਗੇ? ਕਹਿੰਦੇ ਫੇਰ ਕੀ ਹੋ ਗਿਆ? ਖਾਧਾ ਹੀ ਨਹੀਂ ਮੈਂ ਸਾਰੀ ਉਮਰ ਝੂਠਾ। ਪਰ ਜਦੋਂ ਮੈਂ ਅੰਮ੍ਰਿਤ ਛਕਣਾ ਸੀ ਉਦੋਂ ਮੈਨੂੰ ਇਹ ਗੱਲ ਹੀ ਭੁੱਲ ਗਈ ਅਤੇ ਮੈਂ ਬੜੇ ਪਿਆਰ ਨਾਲ ਅੰਮ੍ਰਿਤ ਛਕਿਆ। ਹਾਂਜੀ, ਉਦੋਂ ਮੇਰੇ ਮਨ 'ਚ ਆਏ ਨਹੀਂ ਇਹ ਝੂਠ ਹੈ, ਕਿਉਂਕਿ ਪਰਮਾਤਮਾ ਨੇ ਮੈਨੂੰ ਛਕਾਉਣਾ ਸੀ। ਮੇਰੇ ਮਨ 'ਚ ਖਿਆਲ ਹੀ ਨਹੀਂ ਆਉਣ ਦਿੱਤਾ ਬਈ ਜੇ ਖਿਆਲ ਆ ਗਿਆ ਸ਼ਾਇਦ ਕੋਈ ਗੜਬੜ ਹੋ ਜਾਏ। ਮੰਨ ਲਓ ਜੀ ਨਹੀਂ ਕਰ ਰਿਹਾ ਅਤੇ ਤੁਸੀਂ ਪੀ ਰਹੇ ਹੋ, ਉਹ ਤਾਂ ਗੁਰੂ ਮਹਾਰਾਜ ਖੁਸ਼ ਨਹੀਂ ਹੁੰਦੇ। ਪੀ ਤੇ ਲਿਆ ਲੋਕ ਵਿਖਾਵੇ ਲਈ, ਪਰ ਗੁਰੂ ਮਹਾਰਾਜ ਖੁਸ਼ ਨਹੀਂ ਵੀ ਇਹਦੇ ਅੰਦਰ ਅਜੇ ਵੀ ਇਹ ਸੁੱਚ ਪਿੱਟ ਦਾ ਖਿਆਲ ਹੈ। ਪਰ ਉਦੋਂ ਮੈਨੂੰ ਇਹ ਗੱਲ ਹੀ ਭੁੱਲ ਗਈ ਕਿ ਮੈਂ ਕਦੇ ਕਿਸੇ ਦਾ ਝੂਠਾ ਖਾਧਾ ਪੀਤਾ ਨਹੀਂ। ਮੈਂ ਉਸੇ ਤਰ੍ਹਾਂ ਜਿਵੇਂ ਦੂਜੇ ਪੀ ਰਹੇ ਸਨ ਬਾਟੇ 'ਚ, ਉਸੇ ਤਰ੍ਹਾਂ ਵਾਰੀ ਉਸ ਨੂੰ ਪੀਤਾ। ਫਿਰ ਦਸਮ ਪਾਤਸ਼ਾਹ ਨੇ ਉਹਨਾਂ ਦੇ ਸਾਰੇ ਦੇ ਨਾਮ ਬਦਲਤੇ। ਦਇਆ ਰਾਮ ਦਾ ਨਾਮ ਦਇਆ ਸਿੰਘ ਰੱਖਤਾ, ਧਰਮ ਚੰਦ ਦਾ ਨਾਮ ਧਰਮ ਸਿੰਘ ਰੱਖਤਾ, ਮੋਹਕਮ ਦਾਸ ਦਾ ਨਾਮ ਮੋਹਕਮ ਸਿੰਘ ਰੱਖਤਾ, ਹਿੰਮਤ ਰਾਏ ਦਾ ਨਾਮ ਹਿੰਮਤ ਸਿੰਘ ਰੱਖਤਾ, ਸਾਹਿਬ ਰਾਏ ਦਾ ਨਾਮ ਸਾਹਿਬ ਸਿੰਘ ਰੱਖਤਾ। ਸਾਰਿਆਂ ਦੇ ਨਾਮ ਸਿੰਘ 'ਚ ਬਦਲ। ਕਹਿੰਦੇ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹਨਾਂ ਪੰਜਾਂ ਨੂੰ ਕਿਹਾ ਹੁਣ ਤੁਸੀਂ ਅੰਮ੍ਰਿਤ ਤਿਆਰ ਕਰੋ। ਜਦੋਂ ਮੈਂ ਇਹ ਪੜ੍ਹਿਆ ਮੈਂ ਇਹਦਾ ਮਤਲਬ ਉਹਨਾਂ ਕਿਉਂਕਿ ਜਿਹੜੇ ਅੰਮ੍ਰਿਤ ਛਕਾਉਂਦੇ ਅੰਮ੍ਰਿਤ ਤਿਆਰ ਕਰਦੇ ਨੇ ਉਹਨਾਂ ਲਈ ਜ਼ਰੂਰੀ ਹੈ ਕਿ ਉਹਨਾਂ ਨੂੰ ਪੰਜੇ ਬਾਣੀਆਂ ਮੂੰਹ ਜ਼ਬਾਨੀਆਂ ਆਉਂਦੀਆਂ ਹੋਣ, ਦੂਜਾ ਅੰਮ੍ਰਿਤ ਨਹੀਂ ਛਕਾ ਸਕਦਾ। ਪੰਜੇ ਬਾਣੀਆਂ ਮੂੰਹ ਜ਼ਬਾਨੀ ਆਉਣੀਆਂ ਚਾਹੀਦੀਆਂ ਨੇ। ਇਹਦਾ ਮਤਲਬ ਉਹਨਾਂ ਲੋਕਾਂ ਨੂੰ ਪੰਜੇ ਬਾਣੀਆਂ ਮੂੰਹ ਜ਼ਬਾਨੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ ਅਤੇ ਆਨੰਦ ਸਾਹਿਬ ਦੀ 40 ਪੌੜੀ, ਉਹਨਾਂ ਪੰਜਾਂ ਨੇ ਫਿਰ ਅੰਮ੍ਰਿਤ ਤਿਆਰ ਕੀਤਾ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਮੈਨੂੰ ਅੰਮ੍ਰਿਤ ਛਕਾਓ। ਉਹ ਇੱਕ ਵਾਰੀ ਠਠੰਬਰ ਗਏ ਵੀ ਅਸੀਂ ਕੌਣ, ਇਹ ਗੁਰੂ ਨੂੰ ਅੰਮ੍ਰਿਤ ਛਕਾ ਰਹੇ। ਗੁਰੂ ਮਹਾਰਾਜ ਕਹਿੰਦੇ ਨਹੀਂ ਤੁਸੀਂ ਮੈਨੂੰ ਅੰਮ੍ਰਿਤ ਛਕਾਓ। ਉਹਨਾਂ ਨੇ ਗੁਰੂ ਮਹਾਰਾਜ ਨੂੰ ਉਸੇ ਤਰ੍ਹਾਂ ਖੜਿਆ ਕਰਕੇ ਅੰਮ੍ਰਿਤ ਛਕਾਇਆ ਜਿਵੇਂ ਗੁਰੂ ਮਹਾਰਾਜ ਉਹਨਾਂ ਨੇ ਛਕਾਇਆ ਸੀ।
ਉਹਨਾਂ ਨੂੰ ਉਸੇ ਤਰ੍ਹਾਂ ਗੁਰਮੰਤਰ ਦਿੱਤਾ। ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅੰਮ੍ਰਿਤ ਛਕਾ ਕੇ ਗੁਰਮੰਤਰ ਦਿੱਤਾ ਵੀ ਤੁਸੀਂ ਵਾਹਿਗੁਰੂ 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 ਦਾ ਜਾਪ ਕਰਨਾ, ਉਹਨਾਂ ਪੰਜਾਂ ਪਿਆਰਿਆਂ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅੰਮ੍ਰਿਤ ਛਕਾਇਆ ਅਤੇ ਗੁਰਮੰਤਰ ਦਿੱਤਾ। ਗੁਰਮੰਤਰ ਦਿੱਤਾ ਅਤੇ ਉਹਨਾਂ ਦਾ ਨਾਮ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਰੱਖਤਾ। ਗੁਰੂ ਗੋਬਿੰਦ ਸਿੰਘ ਵੀ ਗੋਬਿੰਦ ਸਿੰਘ ਹੋ ਗਏ। ਉਸ ਦਿਨ ਤੋਂ ਬਾਅਦ ਫਿਰ ਸਿੱਖਾਂ ਦੇ ਨਾਵਾਂ ਨਾਲ ਸਿੰਘ ਲੱਗਣਾ ਸ਼ੁਰੂ ਹੋ ਗਿਆ। ਹੁਣ ਤੁਸੀਂ ਕਹੋਗੇ ਇਤਿਹਾਸਕਾਰਾਂ ਲਿਖਿਆ ਵੀ ਇੱਕ ਹਫ਼ਤੇ ਦੇ ਵਿੱਚ 20,000 ਬੰਦਿਆਂ ਨੇ ਅੰਮ੍ਰਿਤ ਛਕਿਆ। ਹੁਣ ਦੇਖੋ, ਹਰ ਸਿੱਖ ਲਈ ਕੇਸ ਰੱਖਣਾ ਜ਼ਰੂਰੀ ਹੈ, 1 ਕੰਘਾ ਹੋਣਾ ਜ਼ਰੂਰੀ ਹੈ, 2 ਕਛਹਿਰਾ ਹੋਣਾ ਜ਼ਰੂਰੀ ਹੈ, 3 ਕਿਰਪਾਨ ਹੋਣਾ ਜ਼ਰੂਰੀ ਹੈ, 4 ਕੜਾ ਹੋਣਾ ਜ਼ਰੂਰੀ ਹੈ, 5 ਹੁਣ ਜੇ ਉਦੋਂ ਹੀ ਕਛਹਿਰੇ ਤਿਆਰ ਹੋਣ ਲੱਗਦੇ ਤਾਂ ਇੰਨੇ ਕਛਹਿਰੇ ਨਹੀਂ ਸੀ ਤਿਆਰ ਹੋਣੇ। ਉਦੋਂ ਜੇ ਕੜੇ ਤਿਆਰ ਹੋਣ ਲੱਗਦੇ ਇੰਨੇ 1000 ਕੜਾ ਹੀ ਨਾ ਸ਼ਾਇਦ ਮਿਲਦਾ। ਉਦੋਂ ਜੇ ਕਿਰਪਾਨਾਂ ਤਿਆਰ 20,000 ਕਿਰਪਾਨਾਂ ਹੀ ਨਹੀਂ ਸਨ ਉਦੋਂ ਮਿਲਣੀ। ਉਹ ਜਿਹੜੇ ਉਸ ਵੇਲੇ ਸੇ ਦਸਮ ਪਾਤਸ਼ਾਹ ਨੂੰ ਜਿਹੜੇ ਵੀ ਸਿੱਖ ਮਿਲਣ ਆਉਂਦੇ ਸਨ, ਉਹਨਾਂ ਕਿਹਾ ਸੀ ਕਿ ਭਾਈ ਤੁਸੀਂ ਛੋਟੀ ਕਿਰਪਾਨ ਪਾ ਕੇ ਰੱਖਣੀ, ਤੁਸੀਂ ਕੇਸਾਧਾਰੀ ਹੋਣੇ ਚਾਹੀਦੇ ਹੋ, ਕੰਘਾ ਤੁਹਾਡੇ ਸਿਰ 'ਚ ਹੋਣਾ ਚਾਹੀਦਾ ਹੈ, ਗੋਡਿਆਂ ਤੱਕ ਤੁਹਾਡਾ ਕਛਹਿਰਾ ਹੋਣਾ ਚਾਹੀਦਾ। ਇਹ ਲਿਬਾਸ ਅੰਮ੍ਰਿਤ ਛਕਾਉਣ ਤੋਂ ਪਹਿਲਾਂ ਹੀ ਸਿੱਖਾਂ ਦਾ ਸੀ। ਇਸ ਲਈ ਕਿਉਂਕਿ ਲਿਬਾਸ ਪਹਿਲਾਂ ਹੀ ਇਹੀ ਸੀ, ਇਸ ਲਈ 20,000 ਬੰਦਿਆਂ ਨੇ ਕੁਝ ਦਿਨਾਂ ਦੇ ਵਿੱਚ ਅੰਮ੍ਰਿਤ ਛਕਿਆ। ਫਿਰ ਦਸਮ ਪਾਤਸ਼ਾਹ ਨੇ ਉਹਨਾਂ ਨੇ ਕਿਹਾ ਵੀ ਦੇਖੋ, ਅੱਜ ਤੋਂ ਤੁਹਾਡੀ ਜਾਤ ਪਾਤ ਖਤਮ, ਹੁਣ ਤੁਹਾਡੀ ਕੋਈ ਜਾਤ ਪਾਤ ਨਹੀਂ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਨ, ਕੋਈ ਜਾਤ ਪਾਤ ਨਹੀਂ। ਜਿਹੜਾ ਵੀ ਅੰਮ੍ਰਿਤਧਾਰੀ ਹੈ ਉਹਨੇ ਇੱਕ ਦੂਜੇ ਨਾਲ ਵਿਹਾਰ ਭਰਾਵਾਂ ਦੀ ਤਰ੍ਹਾਂ ਕਰਨਾ ਹੈ। ਉਸ ਨੇ ਜਾਤ ਪਾਤ ਦਾ ਬਿਲਕੁਲ ਖਿਆਲ ਨਹੀਂ ਰੱਖਣਾ। ਅੱਜ ਤੋਂ ਜਾਤ ਪਾਤ ਤੁਹਾਡੀ ਖਤਮ ਕੀਤੀ ਜਾਂਦੀ ਹੈ। ਅੱਜ ਤੋਂ ਬਾਅਦ ਤੁਸੀਂ ਹਥਿਆਰਬੰਦ ਰਹਿਣਾ, ਕਿਸੇ ਨੇ ਵੀ ਕੰਘਾ ਅੱਡ ਨਹੀਂ ਕਰਨਾ ਸਿਰ ਤੋਂ, ਕਿਉਂਕਿ ਤੁਸੀਂ ਕੇਸ ਰੱਖਣੇ, ਇਹ ਸਾਫ਼ ਹੋਣੇ ਚਾਹੀਦੇ ਨੇ। ਸਵੇਰੇ ਸ਼ਾਮ ਕੰਘਾ ਫੇਰਨਾ, ਕਛਹਿਰਾ ਪਾ ਕੇ ਰੱਖਣਾ, ਨੰਗੇ ਨਹੀਂ ਰਹਿਣਾ ਹੈਗਾ, ਕੜਾ ਪਾ ਕੇ ਰੱਖਣਾ ਤਾਂ ਜੋ ਤੁਹਾਨੂੰ ਹਮੇਸ਼ਾ ਯਾਦ ਰਹੇ ਕਿ ਮੈਂ ਕਿਸੇ ਵਹਿਮ ਭਰਮ 'ਚ ਨਹੀਂ ਪੈਣਾ। ਕੜਾ ਦਾ ਮਤਲਬ ਹੈ ਵੀ ਸਿੱਖ ਕਿਸੇ ਵਹਿਮ ਭਰਮ 'ਚ ਨਹੀਂ ਪੈਂਦਾ ਹੈ। ਇਹ ਕਿਸੇ ਗ੍ਰਹਿ ਨੂੰ ਨਹੀਂ ਮੰਨਦਾ, ਸ਼ੁਕਰ ਹੈ ਜੀ, ਸ਼ਨੀ ਅੱਜ ਮੰਗਲ ਹੈ, ਫਲਾਣਾ, ਨੋ। ਜਿਹਨੇ ਕੜਾ ਪਾਇਆ ਤਾਂ ਜੇ ਫਿਰ ਵੀ ਉਹ ਪੰਡਤਾਂ ਕੋਲ ਜਾਂਦਾ ਨਾ, ਇਹਦਾ ਮਤਲਬ ਨਹੀਂ ਗੱਲ ਬਣੀ, ਅੰਦਰੋਂ ਸਿੱਖ ਹੈ ਨਹੀਂ, ਇਹ ਵਿਖਾਵੇ ਦਾ ਸਿੱਖ ਹੈ। ਜਿੱਥੇ ਕੜਾ ਹੋਏਗਾ ਕੋਈ ਵਹਿਮ ਨਹੀਂ ਹੈ ਜੀ, ਕਿਸੇ ਨੇ ਨਿੱਛ ਮਾਰਤੀ ਜੀ, ਕਿਸੇ ਨੇ ਮਗਰੋਂ ਆਵਾਜ਼ ਮਾਰਤੀ ਜੀ, ਅੱਗੋਂ ਬਿੱਲੀ ਕ੍ਰੋਸ ਕਰ ਗਈ ਹੈ ਜੀ, ਕਿਸੇ ਵਹਿਮ ਭਰਮ 'ਚ ਨਹੀਂ ਪੈਣਾ। ਇਹ ਕੜਾ ਹਰ ਇੱਕ ਨੇ ਪਾ ਕੇ ਰੱਖਣਾ ਹੈ। ਫਿਰ ਉਹਨਾਂ ਹਦਾਇਤਾਂ ਕੀਤੀਆਂ ਕਿ ਤੁਸੀਂ ਅੰਮ੍ਰਿਤਧਾਰੀ ਰਹਿਣਾ, 4 ਗੱਲਾਂ ਦਾ ਖਾਸ ਖਿਆਲ ਰੱਖਣਾ ਤੁਸੀਂ। ਨੰਬਰ 1, ਵੀ ਜਿਹੜਾ ਬਗਾਨੀ ਔਰਤ ਦੇ ਨਾਲ ਸਰੀਰਕ ਸੰਬੰਧ ਨਹੀਂ ਰੱਖਣਾ, ਇਹ ਕਹਿੰਦੇ ਖਾਸ ਖਿਆਲ ਰੱਖਣਾ। 4 ਕੁਰੈਤਾਂ ਨੇ, ਕਹਿੰਦੇ ਜੇ ਤੁਸੀਂ ਇੱਕ ਵੀ ਕੀਤੀ ਤੁਹਾਡਾ ਅੰਮ੍ਰਿਤ ਟੁੱਟ ਜਾਏਗਾ, ਤੁਸੀਂ ਨਿਗੁਰੇ ਹੋ ਜਾਵੋਗੇ। ਬਗਾਨੀ ਔਰਤ ਨਾਲ ਸਰੀਰਕ ਸੰਬੰਧ ਕਾਇਮ ਨਹੀਂ ਕਰਨਾ। ਨੰਬਰ 2, ਕਿਸੇ ਨੇ ਕੇਸਾਂ ਦੀ ਬੇਅਦਬੀ ਨਹੀਂ ਕਰਨੀ, ਕਟਾਉਣੇ ਨਹੀਂ ਹੈਗੇ ਵਾਲ। ਕਿਸੇ ਅੰਮ੍ਰਿਤਧਾਰੀ ਨੇ ਅੰਮ੍ਰਿਤ ਛਕਣ ਤੋਂ ਬਾਅਦ ਵਾਲ ਨਹੀਂ ਕਟਾਉਣੇ। ਕਿਸੇ ਬਗਾਨੀ ਜਨਾਨੀ ਨਾਲ ਸਰੀਰਕ ਸੰਬੰਧ ਕਾਇਮ ਨਹੀਂ ਕਰਨੇ। ਨੰਬਰ 3, ਕਿਸੇ ਵੀ ਅੰਮ੍ਰਿਤਧਾਰੀ ਨੇ ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਨੰਬਰ 4, ਮੁਸਲਮਾਨੀ ਤਰੀਕੇ ਨਾਲ ਬਣਾਇਆ ਹੈ ਮਾਸ, ਜਿਹਨੂੰ ਕੁੱਠਾ ਕਹਿੰਦੇ ਨੇ, ਉਹ ਨਹੀਂ ਖਾਣਾ। ਜੇ 4ਾਂ 'ਚੋਂ ਇੱਕ ਗੱਲ ਵੀ ਕਿਸੇ ਨੇ ਕਰ ਦਿੱਤੀ, ਉਹਦਾ ਅੰਮ੍ਰਿਤ ਭੰਗ ਹੋ ਜਾਏਗਾ, ਉਹ ਸਾਡਾ ਸਿੱਖ ਨਹੀਂ ਰਹੇਗਾ, ਔਰ ਨਿਗੁਰਾ ਹੋ ਜਾਏਗਾ ਉਸ ਦਿਨ। ਇਹ 4 ਗੱਲਾਂ ਦਾ ਖਿਆਲ ਰੱਖਣਾ। ਬਗਾਨੀ ਔਰਤ ਨਾਲ ਸਰੀਰਕ ਸੰਬੰਧ ਕਾਇਮ ਨਹੀਂ ਕਰਨਾ। ਨੰਬਰ 2, ਕੇਸਾਂ ਨੂੰ ਕਟਾਉਣਾ ਨਹੀਂ ਹੈ। ਨੰਬਰ 3, ਤੰਬਾਕੂ ਦੀ ਵਰਤੋਂ ਨਹੀਂ ਕਰਨੀ। ਨੰਬਰ 4, ਕੁੱਠਾ ਨਹੀਂ ਖਾਣਾ। ਬਾਕੀ ਕਹਿੰਦੇ ਆਪਣੀ 10 ਦੀ ਕਿਰਤ ਕਰਕੇ ਆਪਣਾ ਪਰਿਵਾਰ ਪਾਲਣਾ ਹੈ। ਅੱਜ ਤੋਂ ਕਹਿੰਦੇ ਮੈਂ ਤੁਹਾਨੂੰ ਸੰਪੂਰਨ ਕਰ ਦਿੱਤਾ ਹੈ। ਹੁਣ ਤੁਸੀਂ ਬ੍ਰਾਹਮਣ ਵੀ ਹੋ,
ਕਿਉਂਕਿ ਤੁਸੀਂ ਵਿੱਦਿਆ ਆਪ ਵੀ ਪੜ੍ਹਦੇ ਹੋ ਅਤੇ ਦੂਜਿਆਂ ਨੂੰ ਵੀ ਬਾਣੀ ਸਿਖਾਉਂਦੇ ਹੋ। ਤੁਸੀਂ ਬ੍ਰਾਹਮਣ ਵੀ ਹੋ। ਹੁਣ ਤੁਹਾਨੂੰ ਹਥਿਆਰਬੰਦ ਕਰ ਦਿੱਤਾ ਗਿਆ ਹੈ। ਤੁਸੀਂ ਆਪਣੀ ਅਤੇ ਹੋਰ ਲੋੜਵੰਦ ਦੀ ਸਹਾਇਤਾ ਕਰ ਸਕਦੇ ਸੀ। ਤੁਸੀਂ ਕਸ਼ਤਰੀ ਵੀ ਹੋ। ਤੁਸੀਂ ਦਸਾਂ ਨੌਂ ਦੀ ਕਿਰਤ ਕਰਕੇ ਆਪਣਾ ਪਰਿਵਾਰ ਪਾਲਣਾ, ਇਸ ਲਈ ਤੁਸੀਂ ਵੈਸ਼ ਵੀ ਹੋ ਅਤੇ ਤੁਸੀਂ ਦੂਜਿਆਂ ਦੀ ਲੋੜਵੰਦਾਂ ਦੀ ਸਹਾਇਤਾ ਕਰਨੀ ਸੀ। ਤੁਸੀਂ ਸ਼ੂਦਰ ਵੀ ਹੋ। ਚਾਰੇ ਗੁਣ ਤੁਹਾਡੇ ਇਕੱਠੇ ਕਰ ਦਿੱਤੇ, ਤੁਹਾਨੂੰ ਸੰਪੂਰਨ ਕਰ ਦਿੱਤਾ ਗਿਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜਾ ਖਾਲਸਾ ਤਿਆਰ ਕੀਤਾ, ਉਹ ਸੰਪੂਰਨ ਮਨੁੱਖ ਤਿਆਰ ਕੀਤਾ। ਇੱਕ ਵਾਰੀ ਅਨੰਦਪੁਰ ਸਾਹਿਬ ਵਿਸਾਖੀ 'ਤੇ ਉਦੋਂ ਪੰਡਿਤ ਜਵਾਹਰ ਲਾਲ ਨਹਿਰੂ ਪ੍ਰਧਾਨ ਮੰਤਰੀ ਹੁੰਦੇ ਸੀ। ਵੱਡਾ ਸਮਾਗਮ ਸੀ। ਸਿੱਖਾਂ ਨੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਵਿਸਾਖੀ 'ਤੇ ਇਨਵਾਈਟ ਕੀਤਾ ਵੀ ਤੁਸੀਂ ਅਨੰਦਪੁਰ ਸਾਹਿਬ ਆਓ। ਉਹਨਾਂ ਦੇ ਨੇ ਇੱਕ ਪੰਡਿਤ ਵਿਦਵਾਨ ਵੀ ਆ ਗਿਆ ਹੈ। ਸਿੱਖਾਂ ਨੇ ਸੋਚਿਆ ਪਹਿਲਾਂ ਇਹ ਜਿਹੜਾ ਨਾਲ ਆਇਆ ਇਹਨੂੰ 2 ਮਿੰਟ ਦੇ ਦਿੰਦੇ ਹਾਂ, ਫਿਰ ਜਵਾਹਰ ਲਾਲ ਨਹਿਰੂ ਅਖੀਰ 'ਤੇ ਬੋਲ ਲੈਣਗੇ, ਕਿਉਂਕਿ ਜਿਹੜਾ ਚੀਫ ਗੈਸਟ ਹੁੰਦਾ ਉਹ ਸਭ ਤੋਂ ਵੱਧ ਬੋਲਦਾ। ਉਹ ਖੜ੍ਹਾ ਹੋਇਆ, ਕਹਿੰਦਾ ਦੇਖੋ ਭਾਈ, ਮੈਂ ਨਾ ਸਿੱਖ ਧਰਮ ਬਾਰੇ ਬਹੁਤਾ ਤਾਂ ਨਹੀਂ ਜਾਣਦਾ, ਮੈਂ ਸਿਰਫ ਇੱਕੋ ਗੱਲ ਕਹਿਣੀ ਹੈ, ਮੈਂ ਕੋਈ ਲੰਬੀ ਚੌੜੀ ਗੱਲ ਨਹੀਂ ਕਹਿਣੀ। ਉਹ ਕਹਿੰਦਾ ਪੂਰਨਮਾਸ਼ੀ ਦੀ ਰਾਤ ਹੋਵੇ, ਜੇ ਉਸ ਰਾਤ ਨੂੰ ਚੰਨ ਹਟਾ ਦਿੱਤਾ ਜਾਵੇ ਤਾਂ ਬਾਕੀ ਕੁਛ ਵੀ ਨਹੀਂ ਰਹੇਗਾ, ਕੋਈ ਹਨੇਰਾ ਰਹੇਗਾ। ਪੂਰਨਮਾਸ਼ੀ ਦੀ ਰਾਤ ਹੋਵੇ ਅਤੇ ਜੇ ਉਸ ਦੇ ਵਿੱਚੋਂ ਚੰਨ ਨੂੰ ਹਟਾ ਦਿੱਤਾ ਜਾਵੇ ਤਾਂ ਕੁੱਪ ਹਨੇਰਾ ਹੋ ਜਾਏਗਾ ਕਿ ਨਹੀਂ। ਇਸ ਤਰ੍ਹਾਂ ਜੇ ਸੰਸਾਰ ਦੇ ਇਤਿਹਾਸ ਵਿੱਚੋਂ ਗੁਰੂ ਗੋਬਿੰਦ ਸਿੰਘ ਨੂੰ ਹਟਾ ਦਿੱਤਾ ਜਾਵੇ ਬਾਕੀ ਕੁਛ ਨਹੀਂ ਰਹੇਗਾ। ਕਹਿੰਦਾ ਮੈਨੂੰ ਤਾਂ ਇੰਨਾ ਪਤਾ ਬਸ, ਇਹ ਨਾ ਕਹਿ ਕੇ ਬਹਿ ਗਿਆ। ਗੁਰੂ ਗੋਬਿੰਦ ਸਿੰਘ ਐਸੇ ਇਨਸਾਨ ਪੈਦਾ ਹੋਏ ਜਿਨ੍ਹਾਂ 'ਚ ਹਰ ਪ੍ਰਕਾਰ ਦਾ ਗੁਣ ਸੀ, ਨਹੀਂ ਤਾਂ ਕਿਸੇ ਨਾ ਕਿਸੇ 'ਚ ਕੋਈ ਨਾ ਕੋਈ ਕੱਚ ਪੱਕ ਰਹਿ ਜਾਂਦਾ ਹੈ। ਉਹ ਆਪ ਵੀ ਸੰਪੂਰਨ ਸਨ ਅਤੇ ਉਹਨਾਂ ਜਿਹੜਾ ਖਾਲਸਾ ਤਿਆਰ ਕੀਤਾ ਉਹ ਵੀ ਸੰਪੂਰਨ, ਅਤੇ ਪਰਮਾਤਮਾ ਤਾਂ ਸੰਪੂਰਨ ਹੈ ਹੀ ਹੈ। ਪਰਮਾਤਮਾ ਵੀ ਸੰਪੂਰਨ, ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਸੰਪੂਰਨ, ਉਹਦਾ ਖਾਲਸਾ ਵੀ ਸੰਪੂਰਨ। ਇਸ ਲਈ ਦਸਮ ਪਾਤਸ਼ਾਹ ਨੇ ਕਿਹਾ ਪਰਮਾਤਮਾ ਵਿੱਚ, ਮੇਰੇ ਵਿੱਚ ਅਤੇ ਮੇਰੇ ਖਾਲਸੇ 'ਚ ਕੋਈ ਫਰਕ ਨਹੀਂ ਹੈ। ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਇਸ ਲਈ ਖਾਲਸੇ ਨੂੰ ਕਦੇ ਇਹ ਨਹੀਂ ਸੋਚਣੇ ਮੈਂ ਇਕੱਲਾ ਜਾ ਰਿਹਾ, ਇਹਦਾ ਮਤਲਬ ਗੁਰੂ ਗੋਬਿੰਦ ਦੀ ਬਾਣੀ ਨੂੰ ਭੁੱਲ ਗਿਆ। ਖਾਲਸੇ ਮੈਂ ਹਾਂ ਕਰੋ ਨਿਵਾਸ, ਮੈਂ ਖਾਲਸੇ ਦੇ ਵਿੱਚ ਵਸਦਾ। ਅਤੇ ਜੇ ਗੁਰੂ ਗੋਬਿੰਦ ਸਾਡੇ ਵਿੱਚ ਵਸਦੇ ਨੇ, ਸਾਨੂੰ ਕਿਸੇ ਦੀ ਕੀ ਪਰਵਾਹ ਹੈ। ਤਾਂ ਕਿ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜਾ। ਜਦੋਂ ਕਲਗੀਆਂ ਵਾਲਾ ਨਾਲ ਹੈ ਫਿਰ ਡਰਾਉਣ ਦੀ ਲੋੜ ਹੀ ਨਹੀਂ ਹੁੰਦੀ। ਪਰ ਇਹ ਵਿਸ਼ਵਾਸ ਲਿਆਉਣਾ ਚਾਹੀਦਾ ਕਿ ਅਸੀਂ ਵਾਕਈ ਖਾਲਸੇ ਹਾਂ, ਕਿ ਚਾਰਾਂ ਕੁਰੈਤਾਂ ਦੇ ਵਿੱਚੋਂ ਅਸੀਂ ਕੋਈ ਕੁਰੈਤ ਤਾਂ ਨਹੀਂ ਕਰਦੇ। ਜੇ ਅਸੀਂ ਵਾਕਈ ਖਾਲਸੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਹੇ ਖਾਲਸਾ, ਤੇਰੇ ਅਤੇ ਮੇਰੇ ਅਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਸੀ, ਤੈਨੂੰ ਇੱਕੋ ਰੂਪ ਹਾਂ, ਮੈਂ ਤੁਹਾਡੇ ਵਿੱਚ ਵਸਦਾ ਹਾਂ। ਸੋ ਸਤਿਕਾਰਯੋਗ ਸਾਧ ਸਿੰਘ ਜੀ, ਅੱਜ ਸੰਗਰਾਂਦ ਵੀ ਸੀ ਅਤੇ ਇਹ ਖਾਲਸੇ ਦਾ ਸਾਜਨਾ ਦਿਨ ਵੀ ਸੀ। ਜਿਸ ਦਿਨ ਖਾਲਸਾ ਸਾਜਿਆ ਗਿਆ ਉਹਦੇ 30 ਮਾਰਚ ਸੀ, 30 ਮਾਰਚ 1699 ਨੂੰ। ਤੁਸੀਂ ਕਹੋ ਜੀ ਹੁਣ ਵਿਸਾਖੀ 13 ਅਪ੍ਰੈਲ ਦੀ ਆਉਂਦੀ ਹੈ। ਜਦੋਂ ਅੰਗਰੇਜ਼ਾਂ ਦਾ ਰਾਜ ਸੀ ਹਿੰਦੁਸਤਾਨ ਦੇ ਵਿੱਚ 1757 ਦੇ ਵਿੱਚ, ਅੰਗਰੇਜ਼ਾਂ ਨੇ ਆਪਣਾ ਕੈਲੰਡਰ 14 ਦਿਨ ਅੱਗੇ ਕਰਤਾ। 57 ਤੱਕ ਵਿਸਾਖੀ 30 ਮਾਰਚ ਨੂੰ ਹੀ ਆਉਂਦੀ ਰਹੀ, ਪਰ ਜਿੱਦਾਂ ਉਹਨਾਂ ਨੇ ਕੈਲੰਡਰ ਆਪਣਾ 14 ਦਿਨ ਅੱਗੇ ਕਰਤਾ, ਉਸ ਦਿਨ ਤੋਂ ਬਾਅਦ ਵਿਸਾਖੀ 13 ਅਪ੍ਰੈਲ ਨੂੰ ਆਉਣ ਲੱਗ ਪਈ। ਜਿੱਦਾਂ ਅੰਮ੍ਰਿਤ ਛਕਾਇਆ ਸੀ ਉਹਦੇ 30 ਮਾਰਚ ਸੀ, ਪਰ ਹੁਣ 13 ਅਪ੍ਰੈਲ ਨੂੰ ਹਰ ਸਾਲ ਵਿਸਾਖੀ ਹੁੰਦੀ, ਕਿਉਂਕਿ ਅੰਗਰੇਜ਼ ਨੇ ਆਪਣਾ ਕੈਲੰਡਰ ਹੀ 14 ਦਿਨ ਅੱਗੇ ਕਰਤਾ ਸੀ। ਇਸ ਕਰਕੇ 13 ਅਪ੍ਰੈਲ ਨੂੰ ਵਿਸਾਖੀ ਮਨਾਈ ਜਾਂਦੀ ਹੈ। ਸੋ ਸਤਿਕਾਰਯੋਗ ਸਾਧ ਸੰਗਤ ਜੀ, ਇਹਨੇ ਬਚਨ ਪ੍ਰਵਾਨ ਕਰਨੇ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।